हाँ जी स्टूडेंट, तो आप अज ਜਿਹੜੇ ਤੁਹਾਡੇ ਸਾਹਮਣੇ ਮੈਂ ਕੁਐਸਚਨ ਲੈ ਕੇ ਆਇਆ ਹੈਗਾ। ਇਹ ਕੁਐਸਚਨ ਜਿਹੜਾ ਹੈਗੇ ਨੇ ਇਹ ਤੁਹਾਡੇ ਲੈਕਚਰਰ ਪੇਪਰ ਹੋਇਆ ਸੀ ਇੱਕ 2015 ਦੇ ਵਿੱਚ। ਤਾਂ ਉਹਦੇ ਨਾਲ ਰਿਲੇਟਡ ਕੁਐਸਚਨ ਨੇ ਪੋਲੀਟੀਕਲ ਸਾਇੰਸ ਦੇ, ਤਾਂ ਇਹਨੂੰ ਆਪਾਂ ਦੋ ਪਾਰਟ ਦੇ ਵਿੱਚ ਕਰਾਂਗੇ। ਮੈਂ ਕਈ ਐਗਜ਼ਾਮ ਦੇਖੇ ਨੇ ਕਿ ਜਿਹਦੇ ਵਿੱਚ ਪੁਰਾਣੇ ਜਿਹੜੇ ਖਾਸ ਕਰਕੇ ਪੰਜਾਬ ਦੇ ਜਿਹੜੇ ਐਗਜ਼ਾਮ ਨੇਗੇ ਉਹਦੇ ਵਿੱਚ ਕੀ ਕਰਦੇ ਨੇ ਇਹ ਦੁਬਾਰਾ ਕੁਐਸਚਨ ਜਿਹੜੇ ਨੇ ਉਹ ਐਜ਼ ਇਟ ਇਜ਼ ਉਹ ਪਾ ਦਿੰਦੇ ਹੁੰਦੇ ਨੇ। ਤਾਂ ਬਹੁਤ ਸਾਰੇ ਕੁਐਸਚਨ ਜਿਹੜੇ ਮਾਸਟਰ ਕੇਡਰ ਦੇ ਵਿੱਚ ਆਏ ਹੋਏ ਨੇ ਉਹ ਉਹਦੇ ਨਾਲ ਰਿਲੇਟਡ ਨੇਗੇ, ਪੋਲੀਟੀਕਲ ਸਾਇੰਸ ਦੇ ਨਾਲ ਰਿਲੇਟਡ ਸੀਗੇ ਜਿਹੜੇ ਕੁਐਸਚਨ ਉਹ ਲੈਕਚਰਰ ਦੇ ਪੇਪਰ ਦੇ ਵਿੱਚੋਂ ਪੁੱਛੇ ਗਏ ਨੇ ਕੁਐਸਚਨ ਨੂੰ। ਠੀਕ ਹੈ, ਤਾਂ ਆਪਾਂ ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਜਿਹੜਾ ਆਪਣਾ ਟੌਪਿਕ ਜਿਹੜਾ ਸਟਾਰਟ ਕਰਦੇ ਹਾਂ। ਦੇਖੋ ਜਿਹੜਾ ਸਭ ਤੋਂ ਪਹਿਲਾ ਕੁਐਸਚਨ ਹੈਗਾ, ਜਿਹੜੀ 93 ਜਿਹੜੀ ਸ਼ੋਧ ਹੈਗੀ, ਠੀਕ ਹੈ, ਕਿਸ ਚੀਜ਼ ਨਾਲ ਸੰਬੰਧਿਤ ਹੈ। 93 ਅਮੈਂਡਮੈਂਟ ਹੋਈ ਸੀਗੀ, ਤਾਂ ਇਹਦਾ ਆਨਸਰ ਆਊਗਾ ਜੀ ਸੀ। 93 ਅਮੈਂਡਮੈਂਟ ਜਿਹੜੀ ਕੀਤੀ ਗਈ ਸੀ ਉਹ ਸਿੱਖਿਆ ਸੰਸਥਾਵਾਂ ਵਿੱਚ OBC ਦੇ ਰਾਖਵੇਂਕਰਨ ਦੇ ਨਾਲ ਸੰਬੰਧਿਤ ਹੈ। ਸੈਕੰਡ ਕੁਐਸਚਨ ਹੈ ਜੀ ਤੁਹਾਡਾ 2 ਨੰਬਰ ਕੁਐਸਚਨ, ਐਂਟੀ ਡਿਫੈਕਸ਼ਨ ਲਾ। ਜਿਹੜਾ ਐਂਟੀ ਡਿਫੈਕਸ਼ਨ ਲਾ ਹੈ ਕਾਨੂੰਨ, ਇਹ ਕਿਸ ਚੀਜ਼ ਨਾਲ ਰਿਲੇਟਡ ਹੈ ਜਾਂ ਕਦੋਂ ਇਹ ਸ਼ਾਮਲ ਕੀਤਾ ਗਿਆ ਸੀਗਾ। ਤਾਂ ਇਹ 1985 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਤਾਂ ਇਹ ਸੰਵਿਧਾਨ ਦੀ 10ਵੀਂ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਗਾ। ਠੀਕ ਹੈ, ਨੰਬਰ 3 ਕੁਐਸਚਨ ਦੇਖੋ, ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਕੌਣ ਮਾਨਤਾ ਦਿੰਦਾ ਹੈ। ਹੁਣ ਸਾਨੂੰ ਪਤਾ ਵੀ ਰਾਜਨੀਤਿਕ ਪਾਰਟੀਆਂ ਨੂੰ ਕੌਣ ਮਾਨਤਾ ਦਿੰਦਾ, ਤਾਂ ਇਹਦੇ ਵਾਸਤੇ ਆਰਟੀਕਲ 324 ਦੇ ਤਹਿਤ ਚੋਣ ਆਯੋਗ ਬਣਾਇਆ ਗਿਆ ਹੈਗਾ ਜਿਹੜਾ ਕਿ ਮਾਨਤਾ ਦਿੰਦਾ, ਜਿਹਦੀ ਕਿ ਜਿਹੜੀ ਸੀ ਸਥਾਪਨਾ ਜਿਹੜੀ 24 ਜਨਵਰੀ 1950 ਨੂੰ ਕੀਤੀ ਗਈ ਸੀਗੀ। ਠੀਕ ਹੈ ਜੀ, ਤਾਂ ਇਹ ਕੁਐਸਚਨ ਮਾਸਟਰ ਕੇਡਰ ਦੇ ਪੇਪਰ ਦੇ ਵਿੱਚ ਵੀ ਆ ਚੁੱਕੇ ਕੁਐਸਚਨ ਇਹ। ਨੈਕਸਟ ਹੈ ਜੀ 4th ਨੰਬਰ ਕੁਐਸਚਨ, ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਇਆ ਸੀ। ਕਦੋਂ ਹੋਂਦ ਵਿੱਚ ਆਇਆ ਸੀ ਭਾਰਤ ਦਾ ਸੰਵਿਧਾਨ ਜਿਹੜਾ ਸੀਗਾ। ਤਾਂ ਇਹ ਹੋਂਦ ਵੀ ਸਾਨੂੰ ਪਤਾ ਹੈ ਜੀ, ਇਹਦੇ ਵਿੱਚ ਦੇਖੋ 47 ਨਹੀਂ ਆ ਸਕਦਾ, 49 ਨਹੀਂ ਆ ਸਕਦਾ। ਠੀਕ ਹੈ ਜੀ, ਠੀਕ ਹੈ, ਤੇ ਇਹ ਲਾਗੂ ਹੋਇਆ ਸੀ ਸਾਡਾ ਸੰਵਿਧਾਨ ਜੀ 26 ਜਨਵਰੀ 1950 ਨੂੰ। ਬਿਲਕੁਲ ਸਿੰਪਲ ਕੁਐਸਚਨ ਹੋਇਆ ਸੀ ਲੈਕਚਰ ਦੇ ਪੇਪਰ ਦੇ ਵਿੱਚ। ਨੈਕਸਟ ਹੈ ਜੀ 5th ਨੰਬਰ ਕੁਐਸਚਨ, ਇੰਡੀਅਨ ਫੈਡਰਲਿਜ਼ਮ ਕਲੋਜ਼ਲੀ ਰਿਸੈਂਬਲ ਟੂ ਆਫ ਦਾ ਫੈਡਰਲਿਜ਼ਮ ਆਫ। ਮਤਲਬ ਭਾਰਤ ਦਾ ਜਿਹੜਾ ਸੰਘਵਾਦ ਹੈ ਇਹ ਕਿਹਦੇ ਨਾਲ ਮਿਲਦਾ ਜੁਲਦਾ ਹੈ, ਕਿਉਂਕਿ ਸਾਨੂੰ ਪਤਾ ਵੀ ਜਿਹੜਾ ਅਸੀਂ ਆਪਣਾ ਜਿਹੜਾ ਸੰਘਵਾਦ ਲਿਆ ਸੀ ਅਸੀਂ ਅਮਰੀਕਾ ਤੋਂ ਨਿਧਾਰ ਲਿਆ ਹੈਗਾ। ਆਸਟ੍ਰੇਲੀਆ ਦੇ ਵਿੱਚ ਵੀ ਸੰਘਵਾਦ ਹੈ ਤੇ ਰੂਸ ਦੇ ਵਿੱਚ ਵੀ ਸੰਘਵਾਦ ਹੈ, ਪਰ ਸਾਡਾ ਜਿਹੜਾ ਫੈਡਰਲਿਜ਼ਮ ਹੈ ਉਹ ਕਿਹਦੇ ਨਾਲ ਮਿਲਦਾ, ਉਹ ਕੈਨੇਡਾ ਦੇ ਨਾਲ ਮਿਲਦਾ ਜੁਲਦਾ ਹੈ। ਠੀਕ ਹੈ, 6th ਨੰਬਰ ਕੁਐਸਚਨ ਹੈ, ਭਾਰਤ ਦਾ ਸੰਵਿਧਾਨ ਕਬਾਇਲੀ ਮੀਨਸ ਜਿਹੜੇ ਆਦੀਵਾਸੀ ਲੋਕ ਨੇ, ਆਦੀਵਾਸੀ ਕਲਿਆਣ ਦੇ ਲਈ ਇੱਕ ਵੱਖਰਾ ਮੰਤਰੀ ਮੰਡਲ ਪ੍ਰਦਾਨ ਕਰਦਾ ਹੈ। ਕਿਹੜੀ ਸਟੇਟ ਦੇ ਵਿੱਚ ਵੱਖਰਾ ਮੰਤਰੀ ਮੰਡਲ ਜਿਹੜਾ ਪ੍ਰਦਾਨ ਕੀਤਾ ਗਿਆ ਜੀ ਉਹ ਕੀਤਾ ਗਿਆ ਸੀ ਹਰਿਆਣਾ ਦੇ ਵਿੱਚ ਨਹੀਂ ਹੈਗਾ ਜੀ, ਕਿਉਂਕਿ ਇੱਥੇ ST ਪੋਪੂਲੇਸ਼ਨ ਨਹੀਂ ਹੈਗੀ। ਕੇਰਲਾ ਦੇ ਵਿੱਚ ਨਹੀਂ ਹੈਗਾ, ਪੰਜਾਬ ਦੇ ਵਿੱਚ ਨਹੀਂ ਹੈਗਾ, ਤੇ ਇੱਥੇ ਆ ਗਿਆ ਜੀ ਬਿਹਾਰ। ਹੁਣ ਜਿਹੜਾ ਇਹ ਜੇ ਕੁਐਸਚਨ ਇਹ ਅੱਜ ਪੁੱਛਿਆ ਜਾਂਦਾ ਹੈ ਤਾਂ ਇਹਦਾ ਆਨਸਰ ਬਿਹਾਰ ਨਹੀਂ ਆਊਗਾ, ਇੱਥੇ ਝਾਰਖੰਡ ਆਊਗਾ। ਝਾਰਖੰਡ ਆਊਗਾ ਇਹ। ਠੀਕ ਹੈ ਜੀ, ਤੇ ਮੇਰੇ ਹਿਸਾਬ ਨਾਲ ਇਹ ਕੁਐਸਚਨ ਦੀ ਗ੍ਰੇਸ ਨੰਬਰ ਮਿਲਣੀ ਚਾਹੀਦੀ ਸੀ, ਕਿਉਂਕਿ ਜਿਹੜਾ ਝਾਰਖੰਡ ਹੈ ਉਹ ਕਾਫੀ ਜਿਹੜਾ ਸੀ ਉਹ ਪਹਿਲਾਂ ਸਟੈਬਲਿਸ਼ ਹੋ ਚੁੱਕਿਆ ਸੀ, ਬਣ ਚੁੱਕਿਆ ਸੀ ਉਹ। ਤਾਂ ਬਿਹਾਰ ਨਹੀਂ ਆਨਸਰ ਆਉਣਾ ਚਾਹੀਦਾ ਸੀ, ਇੱਥੇ ਝਾਰਖੰਡ ਆਉਣਾ ਚਾਹੀਦਾ ਸੀ, ਕਿਉਂਕਿ ਬਿਹਾਰ ਦੇ ਵਿੱਚ ਜਿਹੜਾ ਕਬਾਇਲੀ ਮੰਤਰਾਲਾ ਇਹ ਨਹੀਂ ਹੁੰਦਾ, ਝਾਰਖੰਡ ਦੇ ਵਿੱਚ ਹੁੰਦਾ, ਕਿਉਂਕਿ ਜਿਹੜੀ ਮੋਸਟਲੀ ਪੋਪੂਲੇਸ਼ਨ ਹੈ ਆਦੀਵਾਸੀ ਲੋਕਾਂ ਦੀ ਉਹ ਝਾਰਖੰਡ ਦੇ ਵਿੱਚ ਚਲੀ ਗਈ ਹੈ, ਬਿਹਾਰ ਦੇ ਵਿੱਚ ਨਹੀਂ ਹੈਗੀ ਇੰਨੀ ਕੋ। ਨੈਕਸਟ ਹੈ ਜੀ 7th ਨੰਬਰ ਕੁਐਸਚਨ, ਜਸਟਿਸ ਸਰਕਾਰੀਆ ਕਮਿਸ਼ਨ ਵਾਜ ਕੰਸਟੀਟਿਊਟਡ ਟੂ ਲੁੱਕ ਇਨਟੂ। ਜਿਹੜਾ ਜਸਟਿਸ ਸਰਕਾਰੀਆ ਕਮਿਸ਼ਨ ਸੀ ਇਹ ਕਿਸ ਚੀਜ਼ ਲਈ ਸਥਾਪਿਤ ਕੀਤਾ ਗਿਆ ਸੀ। ਆਪਾਂ ਕੱਲ ਜਿਹੜੀ ਲਾਸਟ ਵੀਡੀਓ ਪਾਈ ਸੀ ਪੋਲੀਟੀਕਲ ਸਾਇੰਸ ਦੀ ਮਾਸਟਰ ਕੇਡਰ ਦੀ 2015 ਵਾਲੇ ਪੇਪਰ ਦੀ, ਉਹਦੇ ਵਿੱਚ ਦੇਖਿਆ ਸੀ ਵੀ ਸਰਕਾਰੀ ਕਮਿਸ਼ਨ ਦਾ ਜਿਹੜਾ ਕੁਐਸਚਨ ਉਹ ਪੁੱਛਿਆ ਗਿਆ ਹੈਗਾ। ਤਾਂ ਇਹ ਕਾਹਦੇ ਲਈ ਸੀਗਾ ਸਾਨੂੰ ਪਤਾ ਜੀ, ਇਹ ਕੇਂਦਰ ਰਾਜ ਸੰਬੰਧਾਂ ਦੀ ਗੱਲ ਕਰਦਾ ਇਹ। ਠੀਕ ਹੈ ਜੀ, 1983 ਦੇ ਵਿੱਚ ਸਥਾਪਿਤ ਹੋਇਆ ਸੀਗਾ ਇਹ। 1987 ਦੇ ਵਿੱਚ ਇਹਨੇ ਆਪਣੀ ਰਿਪੋਰਟ ਦਿੱਤੀ ਸੀ। ਠੀਕ ਹੈ ਜੀ, ਤਾਂ ਇਹ ਕੇਂਦਰ ਰਾਜ ਸੰਬੰਧਾਂ ਲਈ ਆਇਆ ਸੀ ਜੀ ਇਹ। ਨੈਕਸਟ ਹੈ ਜੀ ਲੋਕ ਮਤ ਵਿੱਚ ਇੱਕ ਨਿਸ਼ਚਿਤ ਸਮੇਂ ਤੇ ਲੋਕਾਂ ਦੁਆਰਾ ਦਿੱਤੀ ਗਈ ਰਾਏ ਸ਼ਾਮਲ ਹੁੰਦੀ ਹੈ। ਇਹ ਕਿਹਨੇ ਕਿਹਾ ਸੀਗਾ, ਤਾਂ ਇਹ ਰੋਬਰਟ ਏ ਡਾਊਨ ਜਾਂ PV ਝੰਗ ਜਾਂ ਰੋਸਿਓ, ਠੀਕ ਹੈ, ਜਾਂ ਫਿਰ ਲੌਕ ਨੇ। ਤਾਂ ਇਹਦਾ ਆਨਸਰ ਆਊਗਾ ਜੀ PV ਝੰਗ ਨੇ ਕਿਹਾ ਸੀਗਾ। ਪਰ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਜਿਹੜਾ 9th ਜਨਵਰੀ ਨੂੰ ਜਿਹੜਾ ਪੇਪਰ ਹੋਣ ਜਾ ਰਿਹਾ ਹੈ ਤੁਹਾਡਾ SST ਦਾ, ਤਾਂ ਉਹਦੇ ਵਿੱਚ ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ। ਇਸ ਕਰਕੇ ਇਹਨੂੰ ਤੁਸੀਂ ਜੇ ਨਾ ਹੀ ਪੜ੍ਹ ਕੇ ਆਉਂਦੇ ਤਾਂ ਵੀ ਕੋਈ ਗੱਲ ਨਹੀਂ ਹੈ, ਤਾਂ ਤੁਹਾਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਦੇਊਗਾ ਕੁਐਸਚਨ ਇਹ, ਕਿਉਂਕਿ ਇਹਦੇ ਵਿੱਚ ਨਾ ਪੋਲੀਟੀਕਲ ਸਾਇੰਸ ਦੀ ਜਿਹੜੀ ਥਿਊਰੀਜ਼ ਨੇਗੀਆਂ ਵੈਸਟਰਨ ਥਿੰਕਰ ਨੇ ਜਿਹੜੇ ਜਾਂ ਇੰਡੀਅਨ ਪੋਲੀਟੀਕਲ ਥਿੰਕਰ ਨੇ, ਤਾਂ ਉਹਦਾ ਵੀ ਪਾਇਆ ਹੋਇਆ। ਪਰ ਜਿਹੜਾ ਮਾਸਟਰ ਕੇਡਰ ਦਾ ਸਿਲੇਬਸ ਹੈਗਾ, ਮਾਸਟਰ ਕੇਡਰ ਦੇ ਸਿਲੇਬਸ ਜਿਹੜੇ ਥਿੰਕਰ ਨੇ ਉਹ ਨਹੀਂ ਹੈਗੇ, ਥਿੰਕਰ ਇਹਦੇ ਵਿੱਚ ਨਹੀਂ ਹੈਗੇ ਜੀ। ਠੀਕ ਹੈ ਜੀ, ਨੈਕਸਟ ਹੈ ਲੋਕਤੰਤਰ ਵਿੱਚ ਲੋਕ ਮਤ ਦੀ ਕਰਮ ਸੂਚੀ ਵਿੱਚ ਸਭ ਤੋਂ ਘੱਟ ਮਹੱਤਵਪੂਰਨ ਕੀ ਹੈ। ਲੋਕਤੰਤਰ ਵਿੱਚ ਲੋਕ ਮਤ ਦੀ ਕਰਮ ਸੂਚੀ ਵਿੱਚ ਸਭ ਤੋਂ ਘੱਟ ਮਹੱਤਵਪੂਰਨ ਕੀ ਹੈ, ਤਾਂ ਵੋਟ ਵਿਵਹਾਰ ਦੇ ਰੁਝਾਨ ਦਾ ਅਧਿਐਨ। ਠੀਕ ਹੈ, ਇਹ ਵੀ ਹੁੰਦਾ ਜੀ। ਠੀਕ ਹੈ ਜੀ, ਇਹ ਜ਼ਿਆਦਾ ਇੰਪੋਰਟੈਂਟ ਹੈ। ਪ੍ਰੈਸ ਦੀ ਸੁਤੰਤਰਤਾ, ਪ੍ਰੈਸ ਹੈ ਜੀ ਇੱਥੇ। ਠੀਕ ਹੈ, ਪ੍ਰੈਸ ਦੀ ਸੁਤੰਤਰਤਾ ਇਹ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਬਹੁ ਪਾਰਟੀ ਪ੍ਰਣਾਲੀ। ਠੀਕ ਹੈ, ਸਾਡੇ ਲੋਕਤੰਤਰ ਦੇ ਵਿੱਚ ਬਹੁ ਪਾਰਟੀ ਪ੍ਰਣਾਲੀ ਦੀ ਕਾਫੀ ਇੰਪੋਰਟੈਂਸ ਹੈ। ਠੀਕ ਹੈ ਜੀ, ਨੈਕਸਟ ਹੈ ਜੀ ਅਧਿਕਾਰੀਆਂ ਦਾ
ਪ੍ਰਤੀ ਉੱਤਰਦਾਈ ਵਿਵਹਾਰ, ਠੀਕ ਹੈ, ਰਿਸਪੌਂਸਿਵ ਬਿਹੇਵੀਅਰ ਆਫ ਅਥਾਰਟੀਜ਼। ਤਾਂ ਇਹ ਆਂਸਰ ਆਊਗਾ ਜੀ ਡੀ ਆਂਸਰ ਇਹਦਾ। ਨੈਕਸਟ ਹੈ ਭਾਰਤੀ ਸੰਵਿਧਾਨ। 10ਵਾਂ ਨੰਬਰ ਕੁਐਸਚਨ ਦੇਖੋ, 10th ਨੰਬਰ ਕੁਐਸਚਨ। ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕੀਤਾ ਜਾ ਸਕਦਾ, ਮੁਅੱਤਲ ਕੀਤਾ ਜਾ ਸਕਦਾ। ਕਦੋਂ ਮੁਅੱਤਲ ਕੀਤਾ ਜਾ ਸਕਦਾ ਜੀ? ਤਾਂ ਇਹਦਾ ਆਂਸਰ ਆਊਗਾ ਜੀ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਸਮੇਂ। ਸਾਡੇ ਮੌਲਿਕ ਅਧਿਕਾਰ ਨੇ, ਸਾਨੂੰ ਪਤਾ ਹੈ ਜੀ, ਉਹ ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ ਦਿੱਤੇ ਗਏ ਨੇ, ਠੀਕ ਹੈ ਜੀ, ਭਾਗ ਨੰਬਰ 3 ਦੇ ਵਿੱਚ, ਠੀਕ ਹੈ, ਜਿਹੜੇ ਕਿ ਅਸੀਂ ਕਿਹੜੇ ਦੇਸ਼ ਤੋਂ ਅਡਾਪਟ ਕੀਤੇ ਸੀਗੇ? USA ਤੋਂ ਅਡਾਪਟ ਕੀਤੇ ਸੀ, ਠੀਕ ਹੈ। ਤਾਂ ਇਹਨੂੰ ਸਿਰਫ ਤੇ ਸਿਰਫ ਜਿਹੜੀ ਨੈਸ਼ਨਲ ਐਮਰਜੈਂਸੀ ਹੁੰਦੀ ਹੈ ਉਹਦੇ ਦੌਰਾਨ ਹੀ ਇਹਨੂੰ ਸਸਪੈਂਡ ਕੀਤਾ ਜਾ ਸਕਦਾ ਹੈਗਾ, ਰਾਸ਼ਟਰਪਤੀ ਦੁਆਰਾ ਇਹਨੂੰ ਕੀਤਾ ਜਾ ਸਕਦਾ ਹੈਗਾ, ਠੀਕ ਹੈ ਜੀ। ਤੇ ਸਾਨੂੰ ਪਤਾ ਹੈ ਵੀ ਜਿਹੜਾ ਆਰਟੀਕਲ 19 ਹੈ, ਆਰਟੀਕਲ 19, 20 ਤੇ 21, ਠੀਕ ਹੈ, ਇਹਨੂੰ ਅਸੀਂ ਕਦੇ ਖਤਮ ਨਹੀਂ ਕਰ ਸਕਦੇ ਹੈਗੇ, ਖਤਮ ਨਹੀਂ ਕਰ ਸਕਦੇ, ਠੀਕ ਹੈ ਜੀ, ਕਲੀਅਰ। ਆਰਟੀਕਲ ਜਿਹੜਾ 20 ਤੇ 21 ਹੈ ਇਹ ਮੁਅੱਤਲ ਵੀ ਨਹੀਂ ਹੋ ਸਕਦਾ, ਮਤਲਬ ਇਹ ਸਸਪੈਂਡ ਵੀ ਨਹੀਂ ਹੋ ਸਕਦਾ ਚਾਹੇ ਐਮਰਜੈਂਸੀ ਲੱਗੀ ਹੋਈ ਹੈ। ਤਾਂ ਜਿਹੜਾ ਆਰਟੀਕਲ 20 ਤੇ 21 ਆਰਟੀਕਲ ਹੈ ਇਹ ਕਦੇ ਵੀ ਮੁਅੱਤਲ ਜਿਹੜਾ ਨਹੀਂ ਹੋ ਸਕਦਾ। ਬਾਕੀ ਸਾਰੇ ਆਰਟੀਕਲ ਜਿਹੜੇ ਨੇ ਇਹ ਮੁਅੱਤਲ ਹੋ ਸਕਦੇ ਨੇ, ਸਸਪੈਂਡ ਹੋ ਸਕਦੇ ਜੀ, ਠੀਕ ਹੈ। ਨੈਕਸਟ ਹੈ ਜੀ ਸੰਵਿਧਾਨ ਦਾ ਕਿਹੜਾ ਆਰਟੀਕਲ ਧਰਮ, ਜਾਤ, ਲਿੰਗ, ਨਸਲ, ਜਨਮ ਸਥਾਨ ਆਦਿ ਦੇ ਆਧਾਰ ਤੇ ਭੇਦਭਾਵ ਤੋਂ ਰੋਕ ਕਰਦਾ ਹੈ ਜਾਂ ਵਿਰੋਧ ਕਰਦਾ ਹੈਗਾ, ਠੀਕ ਹੈ। ਤੇ ਇਹ ਆਰਟੀਕਲ ਆਊਗਾ ਜੀ ਆਰਟੀਕਲ ਨੰਬਰ 15, ਠੀਕ ਹੈ ਜੀ। ਸਮਾਨਤਾ ਦੇ ਅਧਿਕਾਰ ਤੇ ਦਿੱਤਾ ਗਿਆ, ਜਿਵੇਂ ਤੁਹਾਨੂੰ ਪਤਾ ਹੈ ਵੀ ਇੱਕ ਆਰਟੀਕਲ ਆਇਆ ਸੀ ਜੀ 14, ਠੀਕ ਹੈ। ਹੁਣ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਜਿਹੜੇ ਇਹ ਕੁਐਸਚਨ ਆਉਂਦੇ ਨੇ, ਪੁਰਾਣੇ ਕੁਐਸਚਨ ਨੇ, ਇੱਕ ਤੁਹਾਡੀ ਇੱਕ ਸਮਝ ਤੈਅ ਕਰ ਦਿੰਦੇ ਨੇ, ਇੱਕ ਤੁਹਾਨੂੰ ਆਈਡੀਆ ਹੋ ਜਾਂਦਾ ਹੈਗਾ ਇਸ ਚੀਜ਼ ਦਾ ਵੀ ਕੁਐਸਚਨ ਕਿਸ ਲੈਵਲ ਤੇ ਪੁੱਛਿਆ ਜਾ ਰਿਹਾ ਜਾਂ ਜਿਹੜਾ ਐਗਜ਼ਾਮੀਨਰ ਹੈ ਉਹ ਕਿਸ ਲੈਵਲ ਦੇ ਕੁਐਸਚਨ ਜਿਹੜਾ ਪੁੱਛ ਸਕਦਾ ਹੈਗਾ, ਠੀਕ ਹੈ। ਤਾਂ ਜਿਵੇਂ ਆਰਟੀਕਲ 14 ਆਪਾਂ ਦੇਖਿਆ ਸੀ ਕੱਲ, ਆਰਟੀਕਲ 14 ਆਇਆ ਸੀ, ਇਸ ਪੇਪਰ ਦੇ ਵਿੱਚ ਆਰਟੀਕਲ 15 ਆ ਗਿਆ, ਠੀਕ ਹੈ। ਜਿਵੇਂ ਆਰਟੀਕਲ ਜਿਹੜਾ 14 ਹੈਗਾ ਤਾਂ ਕਿਸ ਚੀਜ਼ ਦੀ ਗੱਲ ਕਰਦਾ ਹੈਗਾ? ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦਾ ਹੈ। ਤਾਂ ਉਹਦੇ ਵਿੱਚ ਕੀ ਆ ਜਾਂਦਾ ਜੀ, ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨਤਾ ਮਿਲੀ ਹੋਈ ਹੈ। ਇਸੇ ਤਰ੍ਹਾਂ ਆਰਟੀਕਲ 15 ਜਿਹੜਾ ਇਹ ਕੁਐਸਚਨ ਦੇ ਵਿੱਚ ਹੈ। ਆਰਟੀਕਲ 16 ਜਿਹੜਾ ਹੈ ਜੀ ਉਹ ਲੋਕ ਸੇਵਾਵਾਂ ਦੇ ਵਿੱਚ ਜਾਂ ਨੌਕਰੀਆਂ ਦੇ ਵਿੱਚ ਸਮਾਨਤਾ ਦੀ ਗੱਲ ਕਰਦਾ ਹੈਗਾ। ਉਹਦੇ ਵਿੱਚ OBC ਨੂੰ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ। EWS ਜਿਹੜਾ ਇਕਨੋਮਿਕ ਵੀਕਰ ਸੈਕਸ਼ਨ ਹੈ ਉਹਨੂੰ ਵੀ ਇਹਦੇ ਤਹਿਤ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਹੈਗਾ। ਤੇ ਇਹਦੇ ਤਹਿਤ ਹੀ ਫਿਰ 1978 ਦੇ ਵਿੱਚ ਜਿਹੜਾ ਸੀ ਮੰਡਲ ਕਮਿਸ਼ਨ ਆਇਆ ਸੀਗਾ, ਉਹਦੀ ਸਟੈਬਲਿਸ਼ਮੈਂਟ ਕੀਤੀ ਗਈ ਸੀ, ਸਥਾਪਨਾ ਕੀਤੀ ਗਈ ਸੀ, ਉਹਨੂੰ ਸਥਾਪਿਤ ਕੀਤਾ ਗਿਆ ਸੀਗਾ, ਠੀਕ ਹੈ। ਤੇ ਜਿਹੜਾ ਆਰਟੀਕਲ 17 ਹੈ ਉਹ ਛੂਆਛਾਤ ਤੇ ਰੋਕ ਲਾਉਂਦਾ ਹੈ, ਠੀਕ ਹੈ, ਅਨਟੱਚੇਬਿਲਟੀ ਨੂੰ ਅਬਲਿਸ਼ ਕਰਦਾ ਹੈ, ਖਤਮ ਕਰਦਾ ਹੈ ਉਹ। ਤੇ ਇੱਕ ਲਾਸਟ ਹੈ ਜੀ ਇਹਦੇ ਵਿੱਚ ਸਮਾਨਤਾ ਦੇ ਅਧਿਕਾਰ ਦੇ ਵਿੱਚ ਆਰਟੀਕਲ ਜਿਹੜਾ 18 ਹੈਗਾ, ਠੀਕ ਹੈ, ਜਿਹੜਾ ਆਰਟੀਕਲ 18 ਹੈਗਾ ਉਹ ਕੀ ਕਰਦਾ ਹੈਗਾ? ਉਹ ਜਿਹੜੀ ਉਪਾਧੀਆਂ ਨੇਗੀਆਂ, ਠੀਕ ਹੈ, ਉਪਾਧੀਆਂ ਜਿਵੇਂ ਰਾਜਾ, ਮਹਾਰਾਜਾ ਜਾਂ ਜਿਹੜੀ ਉਪਾਧੀਆਂ ਅੰਗਰੇਜ਼ਾਂ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹ ਚੀਜ਼ ਨੂੰ ਸਾਰਿਆਂ ਨੂੰ ਕੀ ਖਤਮ ਕਰਦਾ ਹੈਗਾ, ਠੀਕ ਹੈ ਜੀ, ਕਲੀਅਰ। ਨੈਕਸਟ ਹੈਗਾ ਜੀ 12 ਨੰਬਰ ਕੁਐਸਚਨ ਦੇਖੋ, ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਦੇ ਲਈ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈਗਾ, ਠੀਕ ਹੈ। ਇੱਕ ਕੁਐਸਚਨ ਸ਼ਾਇਦ ਕੱਲ ਆਇਆ ਪੇਪਰ ਦੇ ਵਿੱਚ ਹੈਗਾ ਸੀ ਵੀ ਜਿਹੜਾ ਭਾਰਤ ਦਾ ਰਾਸ਼ਟਰਪਤੀ ਉਹ ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ, ਨੋਮੀਨੇਟ ਕਰ ਸਕਦਾ ਹੈਗਾ? ਤਾਂ ਲੋਕ ਸਭਾ ਦੇ ਵਿੱਚ 2 ਮੈਂਬਰ ਨੋਮੀਨੇਟ ਕਰਦਾ ਭਾਰਤ ਦਾ ਰਾਸ਼ਟਰਪਤੀ, ਤੇ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਕਰਦਾ? 12 ਮੈਂਬਰ ਨੋਮੀਨੇਟ ਕਰਦਾ ਹੈ, ਠੀਕ ਹੈ ਜੀ। ਤਾਂ 12 ਨੰਬਰ ਕੁਐਸਚਨ ਹੋਊਗਾ ਜੀ ਇਹ। ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਸਮਾਜਵਾਦ ਦੀ ਵਿਸ਼ੇਸ਼ਤਾ ਨਹੀਂ? ਇਹ ਜਿਹੜਾ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ, ਇਹ ਜਿਹੜਾ ਹੈਗਾ ਮਾਰਕਸਿਜ਼ਮ ਦੇ ਨਾਲ, ਮਾਰਕਸੀ ਦੀ ਥਿਊਰੀ ਜਿਹੜੀ ਹੈ ਸਾਡੇ ਪੇਪਰ ਦੇ ਵਿੱਚ ਹੈਗੀ ਇਹ। ਤਾਂ ਇਹਨਾਂ ਵਿੱਚੋਂ ਕਿਹੜੀ ਸਮਾਜਵਾਦ ਦੀ ਵਿਸ਼ੇਸ਼ਤਾ ਨਹੀਂ ਹੈ? ਦੇਖੋ ਜੀ ਇਹ ਲਾਭ ਆਧਾਰਿਤ ਆਰਥਿਕ ਅਤੇ ਸਮਾਜਿਕ ਪ੍ਰਣਾਲੀ ਵਿਰੁੱਧ ਇੱਕ ਰੋਸ਼ ਹੈ, ਇਹ ਵੀ ਠੀਕ ਹੈ, ਬਿਲਕੁਲ ਠੀਕ ਹੈ ਜੀ। ਇਹ ਰਾਜ ਦੇ ਖਾਤਮੇ ਲਈ ਸੰਘਰਸ਼ ਕਰਦਾ, ਇਹਨੂੰ ਬਾਅਦ 'ਚ ਦੇਖਾਂਗੇ। ਨੈਕਸਟ ਇਹ ਪੂੰਜੀਵਾਦੀ ਪ੍ਰਣਾਲੀ ਦੇ ਸਮਾਜਿਕ ਅਤੇ ਆਰਥਿਕ ਅਨਿਆਂ ਲਈ ਇੱਕ ਪ੍ਰਤੀਕਿਰਿਆ ਹੈ। ਹਾਂਜੀ ਪ੍ਰਤੀਕਿਰਿਆ, ਬਿਲਕੁਲ ਪ੍ਰਤੀਕਿਰਿਆ ਜੀ। ਇਹ ਪੂੰਜੀਵਾਦੀ ਪ੍ਰਣਾਲੀ ਦੇ ਸਮਾਜਿਕ ਅਤੇ ਆਰਥਿਕ ਨਿਆਂ, ਠੀਕ ਹੈ ਜੀ, ਅਨਿਆਂ ਲਈ ਇੱਕ ਪ੍ਰਤੀਕਿਰਿਆ ਹੈ। ਇਹ ਆਦਮੀ ਦੁਆਰਾ ਆਦਮੀ ਦੇ ਸ਼ੋਸ਼ਣ ਵਿਰੁੱਧ ਇੱਕ ਵਿਦਰੋਹ ਹੈ, ਬਿਲਕੁਲ ਸਹੀ ਹੈ ਜੀ, ਠੀਕ ਹੈ। ਇਹਦਾ ਆਨਸਰ ਬਣੂਗਾ ਜੀ ਬੀ ਆਨਸਰ, ਠੀਕ ਹੈ। ਇਹ ਰਾਜ ਦੇ ਖਾਤਮੇ ਦੀ ਗੱਲ ਨਹੀਂ ਕਰਦਾ, ਇਹ ਕਹਿੰਦਾ ਵੀ ਜਦੋਂ ਸਾਮਵਾਦ ਆ ਜਾਊਗਾ ਤਾਂ ਰਾਜ ਕੀ ਹੋ ਜਾਊਗਾ ਜੀ, ਆਟੋਮੈਟਿਕ ਖਤਮ ਹੋ ਜਾਊਗਾ। ਇਹ ਰਾਜ ਦੇ ਖਾਤਮੇ ਦੀ ਗੱਲ ਨਹੀਂ ਕਰਦਾ ਹੈਗਾ, ਇਹ ਪੂੰਜੀਵਾਦ ਦੇ ਖਾਤਮੇ ਦੀ ਜਾਂ ਪੂੰਜੀਪਤੀਆਂ ਦੇ ਖਾਤਮੇ ਦੀ ਗੱਲ ਕਰਦਾ ਹੈਗਾ, ਠੀਕ ਹੈ ਜੀ। ਨੈਕਸਟ 14 ਨੰਬਰ ਕੁਐਸਚਨ ਦੇਖੋ, ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ, ਜਿਸ ਦਾ ਅਰਥ ਸੀ ਕਿ ਹਿੰਸਾ ਦਾ ਹਥਿਆਰ, ਲੋਕਾਂ ਦੀ ਹਿੱਸੇਦਾਰੀ ਦੀ ਵਿਧੀ ਇਹ, ਨਾ ਮਿਲਵਰਤਨ ਲਹਿਰ ਦੀ ਵਿਧੀ ਇਹ, ਅਹਿੰਸਾ ਦੁਆਰਾ ਹਿੰਸਾ ਦੇ ਵਿਰੋਧ ਦਾ ਹਥਿਆਰ ਹੈ ਜੀ ਇਹ, ਠੀਕ ਹੈ ਜੀ। ਤਾਂ ਇਹ ਅਹਿੰਸਾ ਦੁਆਰਾ ਹਿੰਸਾ ਦਾ ਵਿਰੋਧ ਜਿਹੜਾ ਹੋਊਗਾ ਡੀ ਆਂਸਰ ਹੋਊਗਾ ਇਹਦੇ ਵਿੱਚ, ਤਾਂ ਇਹ ਆਨਸਰ ਹੋਊਗਾ ਇਹਦਾ ਡੀ। ਨੈਕਸਟ ਜੀ ਉਦਾਰਵਾਦ ਦਾ ਮੁੱਢਲਾ ਸਿਧਾਂਤ ਕੀ ਹੈ? ਵਿਅਕਤੀਗਤ ਸੁਤੰਤਰਤਾ ਹੈ, ਸਮਾਜਿਕ ਨਿਆਂ, ਸਮਾਨਤਾ। ਉਦਾਰਵਾਦ ਦੇ ਵਿੱਚ ਕੁਐਸਚਨ ਤੁਹਾਨੂੰ ਪੁੱਛਿਆ ਸਕਦਾ ਜੀ ਇਹ। ਤਾਂ ਉਦਾਰਵਾਦ ਦਾ ਜਿਹੜਾ ਮੁੱਢਲਾ ਸਿਧਾਂਤ ਹੈ ਜੀ ਕੀ ਹੈ? ਤਾਂ ਇਹ ਵਿਅਕਤੀਗਤ ਸੁਤੰਤਰਤਾ ਹੈਗੀ, ਸਮਾਜਿਕ ਨਿਆਂ ਹੈਗੀ, ਠੀਕ ਹੈ, ਸਮਾਨਤਾ ਹੈਗੀ ਤੇ ਸਮੂਹਿਕ ਆਜ਼ਾਦੀ ਹੈ, ਠੀਕ ਹੈ। ਤਾਂ ਇਹਦਾ ਆਨਸਰ ਬਣੂਗਾ ਜੀ, ਕਿਉਂਕਿ ਉਦਾਰਵਾਦ ਜਿਹੜਾ ਹੈਗਾ ਜਿਹੜੇ ਮੁੱਢਲੇ ਇਹਦੇ ਥਿੰਕਰ ਹੋਏ ਨੇ, ਪ੍ਰਾਇਮਰੀ ਥਿੰਕਰ ਹੋਏ ਜਾਂ ਹੁਣ ਵੀ ਜਿਹੜੇ ਥਿੰਕਰ ਨੇ ਕਿ ਨਵ ਉਦਾਰਵਾਦ ਦੇ ਜਿਹੜੇ ਥਿੰਕਰ ਨੇ, ਤਾਂ ਉਹ ਕੀ ਕਰਦੇ ਨੇ? ਵਿਅਕਤੀਗਤ ਦੀ ਸੁਤੰਤਰਤਾ ਦੀ ਗੱਲ ਕਰਦੇ ਨੇ ਮੇਨ, ਠੀਕ ਹੈ ਜੀ। ਤੇ ਜਿਹੜਾ ਸਟਾਰਟਿੰਗ ਵਾਲੇ ਉਦਾਰਵਾਦੀ ਸੀ ਉਹ ਤਾਂ ਬਿਲਕੁਲ ਵਿਅਕਤੀ ਨੂੰ ਸੁਤੰਤਰ ਹੋਣ ਦੀ ਗੱਲ ਕਰਦੇ ਸੀਗੇ ਵੀ ਵਿਅਕਤੀ ਨੂੰ ਬਿਲਕੁਲ ਸੁਤੰਤਰਤਾ ਮਿਲਣੀ ਚਾਹੀਦੀ ਹੈ, ਉਹਦੇ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਇੰਟਰਫੇਰੈਂਸ ਜਿਹੜਾ ਉਹ ਕਿਸੇ ਵੀ ਆਧਾਰ ਦੇ ਉੱਪਰ
नहीं होना चाहिए। 16 नंबर क्वेश्चन देखो, मार्क्सवाद के अनुसार इतिहास ਜਿਹੜਾ उपज है किस चीज़ की उपज है? धार्मिक ताकतों की है, राजनीतिक ताकतों की है, इन्होंने विचों कोई नहीं है, तो भौतिक ताकतों की है। ठीक है जी, तो ये आंसर आऊगा जी भौतिक ताकतों की है। ये कहना भी जो भी भौतिक ताकतों के परिवर्तन होंगे तो फिर वर्ग संघर्ष जो उत्पन्न हो जाता है। ठीक है, वर्ग संघर्ष का कंसैप्ट आता है। फिर नैक्सट है जी 17 नंबर क्वेश्चन, प्रिंसीपल ऑफ पोलिटिकल इकोनॉमी। प्रिंसीपल ऑफ पोलिटिकल इकोनॉमी जी है, यदा लेखक कौन है जी? तो अर्नेस्ट बार्कर, J.S. मिल, जैन वैंथम ਜਾਂ ਜੌਨ ਲੌਕ ਦੇ ਵਿੱਚੋਂ ਕਿਹੜਾ ਜੀ? ਇਹਦਾ ਆਨਸਰ ਆਊਗਾ ਜੀ J.S. ਮਿਲ। ਇਹ ਤੁਹਾਡੇ ਕਿਸੇ ਕੰਮ ਦਾ ਕੁਐਸਚਨ ਨਹੀਂ ਹੈਗਾ, ਇਹ ਪੋਲੀਟੀਕਲ ਸਾਇੰਸ ਦਾ ਥਿੰਕਰ ਦਾ ਕੁਐਸਚਨ ਹੈਗਾ, ਇਸ ਕਰਕੇ ਇਹਨੂੰ ਆਪਾਂ ਇਗਨੋਰ ਕਰ ਸਕਦੇ ਹਾਂਗੇ। ਨੈਕਸਟ ਜੀ ਗਾਂਧੀ ਦਾ ਕੁਐਸਚਨ ਆ ਸਕਦਾ ਤੁਹਾਨੂੰ। ਗਾਂਧੀ ਅਨੁਸਾਰ ਲੋੜਾਂ ਅਤੇ ਸਾਧਨਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ। ਗਾਂਧੀ ਇਹ ਮੰਨਦੇ ਸੀਗੇ ਵੀ ਲੋੜਾਂ ਤੇ ਜਿਹੜੀਆਂ ਸਾਧਨ ਨੇਗੇ, ਸਾਡੀਆਂ ਲੋੜਾਂ ਨੇ ਤੇ ਉਹਨੂੰ ਪ੍ਰਾਪਤ ਕਰਨ ਦੇ ਜਿਹੜੇ ਸਾਧਨ ਨੇ ਇਹ ਆਪਸ ਵਿੱਚ ਕਿਨੇ ਅੰਤਰ ਸੰਬੰਧਿਤ ਨੇ, ਇੱਕ ਦੂਜੇ ਦੇ ਉੱਪਰ ਡਿਪੈਂਡਸ ਹੁੰਦੇ ਨੇਗੇ, ਤਾਂ ਇਹਦਾ ਆਨਸਰ ਬਣ ਜਾਊਗਾ ਜੀ ਡੀ। ਨੈਕਸਟ ਹੈ वर्ड सिस्टम एनालाइज। ये भी अपने सिलेबस के नहीं है, पर तुम कर सकते हो। तो जो विश्व प्रणाली विश्लेषण सब तो पहले प्रदर्शित किया गया, ये लिख लो, नोट कर लो, एमैनुअल वालस्टीन द्वारा इनू दसिया गया सीगा। इसका आंसर होगा जी डी। बहुत सारे क्वेश्चन ने जोड़े ये थोड़े लिए काम के नहीं है, जिमें ये क्वेश्चन भी जो काम के नहीं है, किसनों की मिलिया, कदों ते किवें, राजनीति का विषय वस्तु है। ये शब्द जोड़े सी ये किसने कहे सीगे? तो ये ऑप्शन होगा जी लॉसवेल के शब्द ने, लॉसवेल ने कहे सीगे। नैक्सट है जी हेठ लिखियां विचों किहड़ी पहुँच रवायती पहुँच अधीन आउंदी है? तो किहड़ी पहुँच रवायती पहुँच अधीन आउंदी है? तो मार्क्सवादियों की आउंदी है, जां ढांचक कार्यात्मक की आउंदी है, जां संचार की आउंदी है, जां फिर प्रणालियों की आउंदी है, सिस्टम की आउंदी है। ठीक है जी, तो इसका आंसर होगा जी मार्क्सवादी। ठीक है, ट्रेडिशनल अप्रोच मतलब इंग्लिश के ज़्यादा क्लीयर हो जाएगा, विच ऑफ द फॉलोइंग अप्रोचेस फॉल्स विद इन द ट्रेडिशनल अप्रोच। ठीक है, तो ये ट्रेडिशनल जी अप्रोच है जी मार्क्सिज्म की जी अप्रोच है, वो ट्रेडिशनल अप्रोच बनी जाती है। नैक्सट है जी जी टू ट्रीटिस ऑन सिविल गवर्नमेंट। टू ट्रीटिस ऑन सिविल गवर्नमेंट जी बुक सी किने लिखी सी? तो ये जॉन लॉक की बुक है जी ये। ठीक है, पर यह काम का क्वेश्चन नहीं है, मास्टर कैडर वास्ते काम का नहीं है क्वेश्चन ये। एक अरस्तु होए ने अरिस्टोटल नूं बोलते हैं। ठीक है, तो उन्होंने सरकार का सब तो वधिया रूप इन्हां विचों किहड़ा कहा है? ठीक है जी, तो उन्होंने सब तो वधिया रूप कहा वो राज प्रबंध नूं कहा सीगा। राज प्रबंध सब तो ज़्यादा वधिया इन्होंने रूप मन्नेगा। नैक्सट है जी 24 नंबर क्वेश्चन देखो। 24 महात्मा गांधी ने हिंद स्वराज जी पुस्तक लिखी सी किहड़े साल लिखी सी? 1907, 1908, 1919 या 1920। इन्हां दे विचों कोई भी ऑप्शन सही नहीं है। उन्होंने जी पुस्तक लिखी सी 1909 के लिखी सी पुस्तक ये, तो इस करके ऑप्शन जोड़ा सी तुहानूं ये ग्रेस नंबर मिलिया सीगा। तो नैक्सट जी तर्कपूर्ण जी विधि है, सब तो पहला किने शुरू की सी तर्कपूर्ण विधि? ठीक है, तो ये शुरू की सी हेजल ने। इंपोर्टेंट है मास्टर कैडर का है क्वेश्चन, ये जुड़ सकता जाके मार्क्सिज्म के नाल। ठीक है जी, क्योंकि हेजल ने शुरू की सी हेजल जो पंजाबी का वर्ड है इतने हीगल है, वैसे हीगल हीगल मान के चलो, हेजल नहीं है हीगल। ठीक है, तो इन्हें कहा सी भी विचार सब तो ज़्यादा इंपोर्टेंट होंगे ने, पर मार्क्स ने कहा सी भी जिहड़ा सी भौतिक ताकतां ज़्यादा इंपोर्टेंट होंदियां नेगियां। जो ये कहना भी जो जिहड़ा हीगल से कहना भी विचारां दे विच जो परिवर्तन आता है, तो फिर जो विचार बदलते जाते हैं फिर परिवर्तन आता है। पर जो मार्क्स ने इसकी थ्योरी को पलटता सीगा, वो कहना भी जो भौतिक ताकतां मतलब बदलाव होगा तो फिर बाद में परिवर्तन आता है। ठीक है जी, इस करके इनू मन्निया जाता है तर्कपूर्ण विधि का जन्मदाता मन्निया जाता है हीगल नूं। नैक्सट एक इंपोर्टेंट पुस्तक है, बस ये थोड़े सिलेबस का पार्ट नहीं है, मास्टर कैडर का पार्ट नहीं है, लैक्चरर के लैवल का क्वेश्चन सीगा ये। तो प्रिंस जी पुस्तक है काफ़ी फेमस पुस्तक है। तो यदा राइटर कौन है? इन्होंने पंजाबी के काफ़ी सारी मिसटेक्स की हुई नहीं, तो वैसे माशावली नहीं है, ये मैकावली है, मैकावली मैकावली। ठीक है जी, मैकावली जो है ये प्रिंस पुस्तक का लेखक मन्निया जाता है। नैक्सट है जी 27 नंबर क्वेश्चन, लॉक ने की सिद्ध करने लिए सोशल कॉन्ट्रैक्ट का सिद्धांत दिता सी? जो जॉन लॉक है उदारवादी थिंकर मन्निया जाता है। तो जॉन लॉक के नाल रिलेटेड क्वेश्चन तुहानूं पूछा जा सकता है, ये लिबरलिज्म के पूछा जा सकता है। लिबरलिज्म की जी थ्योरी हैगी ये तुहाडे पेपर के हैगी है। तो इन्हें की सिद्ध करने सोशल कॉन्ट्रैक्ट का सिद्धांत का प्रयोग किया जी? उदारवादी तो लोकतंत्री राज को सिद्ध करने कहा सीगा जी ये। ठीक है, नैक्सट दबा नहीं पावांगा राज का आधार की है? ठीक है, तो ये किने कहा सी? TH ग्रीन ने कहा सीगा, TH ग्रीन के शब्द ने ये। नैक्सट है जी डेविड ईस्टर्न द्वारा दी गई व्यवहारवादी जी पहुँच हैगी,
ਤਾਂ ਉਹਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਨੇ? 8 ਵਿਸ਼ੇਸ਼ਤਾਵਾਂ ਨੇ, ਪਰ ਤੁਹਾਡੇ ਮਾਸਟਰ ਲਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਇਹ। ਵੈਰੀ ਸਿੰਪਲ ਕੁਐਸਚਨ ਹੈ। 30 ਨੰਬਰ ਕੁਐਸਚਨ ਦੇਖੋ, ਭਾਰਤ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ? ਡਰਾਫਟਿੰਗ ਕਮੇਟੀ ਸਾਨੂੰ ਪਤਾ ਜੀ, ਠੀਕ ਹੈ ਜੀ, ਇਹਦੇ ਜਿਹੜੇ ਚੇਅਰਮੈਨ ਸੀ ਡਾਕਟਰ BR ਅੰਬੇਦਕਰ ਸੀਗੇ। ਨੈਕਸਟ ਹੈ ਮਾਈ ਐਕਸਪੈਰੀਮੈਂਟ ਵਿਦ ਟਰੂਥ, ਇਹ ਗਾਂਧੀ ਦੀ ਥਿਊਰੀ ਦਾ ਕੁਐਸਚਨ ਹੈਗਾ, ਤਾਂ ਇਹਦਾ ਕੁਐਸਚਨ ਆਊਗਾ ਜੀ MK ਗਾਂਧੀ ਜਾਂ ਮਹਾਤਮਾ ਗਾਂਧੀ ਜਾਂ ਮੋਹਨਦਾਸ ਕਰਮਚੰਦ ਗਾਂਧੀ, ਠੀਕ ਹੈ। ਤੇ ਨੈਕਸਟ ਹੈ 32 ਨੰਬਰ ਕੁਐਸਚਨ ਦੇਖੋ, ਜਨਰਲ ਵਿਲ ਦਾ ਵਿਆਖਿਆਕਰਨ ਕੌਣ ਹੈ? ਤਾਂ ਰੋਸੀਆ ਹੋਊਗਾ, ਪਰ ਇਹ ਆਪਣੇ ਕੰਮ ਦਾ ਕੁਐਸਚਨ ਨਹੀਂ ਹੈਗਾ, ਮਾਸਟਰ ਦਾ ਦੇ ਲੈਵਲ ਦਾ ਕੁਐਸਚਨ ਨਹੀਂ ਹੈਗਾ ਜੀ। ਅਕੋਰਡਿੰਗ ਟੂ ਮਾਰਕਸ ਦ ਸਟੇਟ ਇਜ਼, ਮਾਰਕਸਵਾਦੀਆਂ ਦੇ ਅਨੁਸਾਰ ਜਿਹੜਾ ਰਾਜ ਹੈਗਾ ਉਹ ਕੀ ਹੈਗਾ? ਰੂਹਾਨੀ ਸੰਸਥਾ ਇੱਕ, ਜਾਂ ਕੁਦਰਤੀ ਸੰਸਥਾ ਹੋ, ਜਾਂ ਵਿਕਾਸ ਦਾ ਨਤੀਜਾ ਹੈਗਾ, ਜਾਂ ਫਿਰ ਮਾਨਕ ਮਨੁੱਖ ਦੁਆਰਾ ਬਣਾਈ ਗਈ ਸੰਸਥਾ ਹੈ। ਤਾਂ ਇਹਦਾ ਆਨਸਰ ਆਊਗਾ ਜੀ ਡੀ ਆਨਸਰ, ਮਾਨਵ ਨਿਰਮਿਤ ਸੰਸਥਾ ਇੱਕ। ਨੈਕਸਟ ਹੈ 34 ਨੰਬਰ ਕੁਐਸਚਨ, ਰਾਜਨੀਤੀ ਦੇ ਅਧਿਐਨ ਦੀ ਸਾਈਬਰਟੈਨਿਕ ਜਿਹੜੀ ਪਹੁੰਚ ਸੀ ਇਹ ਕਿਹਦੇ ਦੁਆਰਾ ਜਿਹੜੀ ਸੀਗੀ ਦੱਸੀ ਗਈ ਸੀਗੀ ਇਹ? ਤੇ ਇਹਦਾ ਆਨਸਰ ਆਊਗਾ ਜੀ ਕਾਰਲ W ਡਿਓਚ ਦੁਆਰਾ, ਪਰ ਇਹ ਆਪਣੇ ਕੰਮ ਦਾ ਕੁਐਸਚਨ ਜਿਹੜਾ ਨਹੀਂ ਹੈਗਾ ਇਹ ਮਾਸਟਰ ਲਈ, ਠੀਕ ਹੈ। ਤੇ ਰਾਜ ਦੀ ਉਤਪਤੀ ਦਾ ਸਭ ਤੋਂ ਵੱਧ ਸਵੀਕਾਰਯੋਗ ਜਿਹੜਾ ਸਿਧਾਂਤ ਹੈਗਾ ਇਹਨਾਂ ਵਿੱਚੋਂ ਕਿਹੜਾ ਹੈਗਾ? ਇਹ ਸ਼ਾਇਦ ਕਿਸੇ ਵੀ ਚੀਜ਼ ਨਾਲ ਜੋੜ ਕੇ ਸਾਨੂੰ ਕੁਐਸਚਨ ਪੁੱਛ ਸਕਦਾ ਹੈਗਾ, ਠੀਕ ਹੈ। ਤਾਂ ਜਿਹੜਾ ਸਭ ਤੋਂ ਵੱਧ ਜਿਹੜਾ ਸਵੀਕਾਰਯੋਗ ਜਿਹੜਾ ਸਿਧਾਂਤ ਹੈਗਾ ਉਹ ਕਿਹੜਾ ਜੀ? ਧਾਰਮਿਕ ਸਿਧਾਂਤ ਮੰਨਿਆ ਜਾਂਦਾ ਹੈ ਰਾਜ ਦੀ ਉਤਪਤੀ ਦਾ, ਇਹਨੂੰ ਜ਼ਿਆਦਾ ਸਵੀਕਾਰਤਾ ਦਿੱਤੀ ਗਈ ਹੈ, ਇਹਨੂੰ ਮਾਨਤਾ ਦਿੱਤੀ ਗਈ ਹੈ। ਨੈਕਸਟ ਹੈ 36 ਨੰਬਰ ਕੁਐਸਚਨ ਦੇਖੋ, ਇਹ ਵਿਚਾਰ ਕਿ ਨਿਆਂ ਅਤੇ ਸਮਾਨਤਾ ਵਿਚਕਾਰ ਗੂੜਾ ਸੰਬੰਧ ਹੈ। ਨਿਆਂ ਤੇ ਸਮਾਨਤਾ ਦੀ ਗੱਲ ਕਰਦਾ ਇਹ, ਜਸਟਿਸ ਤੇ ਇਕੁਅਲਿਟੀ ਦੀ ਗੱਲ ਕਰਦਾ ਹੈਗਾ, ਵਿਚਕਾਰ ਗੂੜਾ ਸੰਬੰਧ ਹੈ। ਇਹ ਕੌਣ ਦੱਸਦੇ ਨੇਗੇ ਵੀ ਨਿਆਂ ਅਤੇ ਸਮਾਨਤਾ ਵਿਚਕਾਰ ਗੂੜਾ ਸੰਬੰਧ ਹੈ? ਤਾਂ ਇਹ ਸਮਾਜਵਾਦੀਆਂ ਦੀ ਥਿੰਕਿੰਗ ਹੈਗੀ, ਸਮਾਜਵਾਦੀਆਂ ਦਾ ਵਿਚਾਰ ਹੈਗਾ ਇਹ, ਠੀਕ ਹੈ। ਇਹ ਲਾ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਜੀ। ਨੈਕਸਟ ਹੈ ਕੁਐਸਚਨ 37 ਨੰਬਰ ਕੁਐਸਚਨ ਦੇਖੋ, ਦ ਰੂਲ ਆਫ ਲਾ ਮੀਨਸ, ਕਾਨੂੰਨ ਦੇ ਰਾਜ ਦਾ ਕੀ ਅਰਥ ਹੈ? ਠੀਕ ਹੈ, ਤਾਂ ਸਿੰਪਲ ਹੈ, ਜਿਹਦੇ ਵਿੱਚ ਰਾਸ਼ਟਰਪਤੀ ਸਰਵੋਤਮ ਨਹੀਂ ਆਊਗਾ, ਸੰਸਦ ਸਰਵੋਤਮ ਹੈ, ਨਿਆਂਪਾਲਿਕਾ ਸਰਵੋਤਮ ਨਹੀਂ, ਕਾਨੂੰਨ ਸਭ ਤੋਂ ਸਰਵੋਤਮ ਹੈ। ਭਾਰਤ ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਵੀ ਕਾਨੂੰਨ ਸਭ ਤੋਂ ਸਰਵੋਤਮ ਹੈਗਾ, ਠੀਕ ਹੈ ਜੀ। ਆਰਟੀਕਲ 14 ਦੇ ਅਨੁਸਾਰ ਵੀ ਇਹ ਮੰਨਿਆ ਜਾਂਦਾ ਵੀ ਭਾਰਤ ਦਾ ਜਿਹੜਾ ਕਾਨੂੰਨ ਹੈਗਾ ਜਾਂ ਸਾਡਾ ਜਿਹੜਾ ਕਾਨੂੰਨ ਹੈ ਸਾਰਿਆਂ ਲਈ ਕੀ ਬਰਾਬਰ ਹੈ, ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨਤਾ ਮਿਲੀ ਹੋਈ ਹੈ। ਨੈਕਸਟ 38 ਨੰਬਰ ਕੁਐਸਚਨ ਦੇਖੋ ਜੀ, 38 ਨੰਬਰ ਕੁਐਸਚਨ ਦੇ ਵਿੱਚ ਆਰਥਿਕ ਉਦਾਰਤਾ ਤੋਂ ਬਿਨਾਂ ਰਾਜਨੀਤਿਕ ਉਦਾਰਤਾ ਮਿੱਥ ਹੈ। ਇਹ ਸਾਡੇ ਕੰਮ ਦਾ ਕੁਐਸਚਨ ਨਹੀਂ ਹੈਗਾ, ਪਰ ਫਿਰ ਵੀ ਇਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ, GDH ਕੌਲੇ, ਠੀਕ ਹੈ। ਤੇ ਨੈਕਸਟ ਹੈ ਜੀ ਲੋਕਤੰਤਰ ਵਿੱਚ ਆਖਰੀ ਅਧਿਕਾਰ ਕਿਹਦੇ ਕੋਲ ਰਹਿੰਦੇ ਨੇ? ਠੀਕ ਹੈ ਜੀ, ਲੋਕਤੰਤਰ ਦੇ ਵਿੱਚ ਕਿਉਂਕਿ ਫॉर ਦਾ ਪੀਪਲ, ਆਫ ਦਾ ਪੀਪਲ ਤੇ ਬਾਏ ਦਾ ਪੀਪਲ, ਇਟ ਮੀਨਸ ਕਿ ਇਹ ਵੀ ਆਖਰੀ ਅਧਿਕਾਰ ਜਿਹੜੇ ਹੁੰਦੇ ਉਹ ਲੋਕਾਂ ਕੋਲ ਹੁੰਦੇ ਨੇ। ਨੈਕਸਟ ਹੈ ਜੀ 40 ਨੰਬਰ ਕੁਐਸਚਨ ਦੇਖੋ, ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ ਕਿਹਨੇ ਦਿੱਤਾ ਸੀ? ਥਿਊਰੀ ਆਫ ਸੈਪਰੇਸ਼ਨ ਆਫ ਪਾਵਰ, ਤਾਂ ਮੌਂਟੈਸਕਿਊ ਦੀ ਥਿਊਰੀ ਹੈਗੀ ਇਹ, ਠੀਕ ਹੈ, ਇਹਨੇ ਦਿੱਤਾ ਸੀ ਜੀ ਇਹ, ਪਰ ਇਹ ਆਪਣੇ ਕੰਮ ਦਾ ਕੁਐਸਚਨ ਜਿਹੜਾ ਉਹ ਮਾਸਟਰ ਦੇ ਕੰਮ ਦਾ ਕੁਐਸਚਨ ਨਹੀਂ ਹੈਗਾ। ਇੱਕ ਅਧਿਕੇਂਦਰਿਤ ਰਾਜ ਵਿੱਚ ਆਮ ਤੌਰ ਤੇ ਕੀ ਹੁੰਦੀ ਹੈ? ਅਧਿਕੇਂਦਰਿਤ ਮਤਲਬ ਕੀ ਹੁੰਦਾ ਹੈ ਵੀ ਜਿੱਥੇ ਪਾਵਰਾਂ ਦਾ ਕੀ ਹੁੰਦਾ ਹੈਗਾ ਟੋਟਲਾਈਜੇਸ਼ਨ, ਮਤਲਬ ਪਾਵਰਾਂ ਦਾ ਜਿਹੜਾ ਸੈਂਟਰਲਾਈਜੇਸ਼ਨ ਹੁੰਦਾ ਹੈਗਾ। ਸੈਂਟਰਲਾਈਜੇਸ਼ਨ ਦੇ ਵਿੱਚ ਜਦੋਂ ਪਾਵਰਾਂ ਇੱਕ ਪਾਰਟੀ ਦੇ ਹੱਥ ਵਿੱਚ ਹੁੰਦੀਆਂ ਨੇ ਜਾਂ ਇੱਕ ਸੰਸਥਾ ਦੇ ਹੱਥ ਵਿੱਚ ਹੁੰਦੀਆਂ ਨੇ ਤਾਂ ਉੱਥੇ ਇੱਕ ਪਾਰਟੀ ਹੀ ਕੰਮ ਕਰਦੀ ਹੈ। ਜਿਵੇਂ ਚਾਈਨਾ ਦੇ ਵਿੱਚ ਕੀ ਹੈ, ਪਾਵਰਾਂ ਦੇ ਵਿੱਚ ਪਾਵਰਾਂ ਦਾ ਜਿਹੜਾ ਸੈਂਟਰਲਾਈਜੇਸ਼ਨ ਕੀਤਾ ਗਿਆ, ਉੱਥੇ ਪਾਵਰ ਦਾ ਡੀਸੈਂਟਰਲਾਈਜੇਸ਼ਨ ਨਹੀਂ ਹੈਗਾ, ਠੀਕ ਹੈ। 40 ਇਹਦਾ ਆਨਸਰ ਆਊਗਾ ਜੀ A। 42 ਨੰਬਰ ਕੁਐਸਚਨ ਦੇਖੋ, ਇਹਨਾਂ ਵਿੱਚੋਂ ਕਿਹੜੇ ਦੇਸ਼ ਵਿੱਚ ਸਰਕਾਰ ਦਾ ਏਕਾਤਮਕ ਰੂਪ ਹੈ? ਠੀਕ ਹੈ ਜੀ, ਏਕਾਤਮਕ ਰੂਪ ਹੈ ਮਤਲਬ ਸਰਕਾਰ ਦਾ ਇੱਕੋ ਰੂਪ ਉੱਥੇ ਤੁਹਾਨੂੰ ਦੇਖਣ ਨੂੰ ਮਿਲਦਾ ਜੀ, ਤਾਂ ਉਹ ਚੀਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਜੀ, ਠੀਕ ਹੈ। ਅਦਰਵਾਈਜ਼ ਪਾਕਿਸਤਾਨ ਦੇ ਵਿੱਚ ਵੀ ਸਟੇਟ ਗਵਰਨਮੈਂਟ ਵੀ ਹੈ ਤੇ ਉੱਥੇ ਤੁਹਾਡੀ ਸੈਂਟਰ ਗਵਰਨਮੈਂਟ ਵੀ ਹੈ, ਠੀਕ ਹੈ। ਅਮਰੀਕਾ ਦੇ ਵਿੱਚ ਵੀ ਸੇਮ ਹੈ, ਸਵਿਟਜ਼ਰਲੈਂਡ ਦੇ ਵਿੱਚ ਵੀ ਸੇਮ ਹੈ, ਠੀਕ ਹੈ। ਪਰ ਇੱਥੇ ਤੁਹਾਨੂੰ ਨੈਕਸਟ ਹੈ ਜੀ 43 ਨੰਬਰ ਜਿਹੜਾ ਕੁਐਸਚਨ ਹੈਗਾ, ਇਹਨਾਂ ਵਿੱਚੋਂ ਕਿਹੜਾ ਸਮਾਜਿਕ ਇਕਰਾਰਨਾਮੇ ਦਾ ਸਿਧਾਂਤਕ ਨਹੀਂ ਹੈ? ਸਮਾਜ ਸੋਸ਼ਲ ਕੰਟਰੈਕਟ ਦੀ ਥਿਊਰੀ ਹੈਗੀ, ਇਹਨਾਂ ਦੇ ਵਿੱਚੋਂ ਕਿਹੜਾ ਥਿੰਕਰ ਜਿਹੜਾ ਨਹੀਂ ਹੈਗਾ? ਤਾਂ ਲੌਸਕੀ ਜਿਹੜਾ ਹੈਗਾ ਸੋਸ਼ਲ ਕੰਟਰੈਕਟ ਵਿੱਚ ਨਹੀਂ ਆਉਂਦਾ ਹੈਗਾ, ਠੀਕ ਹੈ। ਨੈਕਸਟ ਹੈ ਜੀ ਰਾਜ ਦੇ ਸਪਤਾਂਗ ਸਿਧਾਂਤ, ਸਪਤਾਂਗ ਥਿਊਰੀ ਜਿਹੜੀ ਸਟੇਟ ਦੀ ਕਿਹਨੇ ਦਿੱਤੀ ਸੀ? ਤਾਂ ਇਹ ਕਾਫੀ ਫੇਮਸ ਥਿਊਰੀ ਹੈ, ਘੁਟਾਲੇ ਦੀ ਹੈ, ਪਰ ਆਪਣੇ ਕੰਮ ਦੀ ਇਹ ਮਾਸਟਰ ਦੇ ਕੰਮ ਦੀ ਨਹੀਂ ਹੈਗੀ ਥਿਊਰੀ ਇਹ, ਠੀਕ ਹੈ। ਨੈਕਸਟ ਹੈ ਜੀ 45 ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਸ੍ਰੇਸ਼ਟ ਵਰਗ ਦਾ ਸਿਧਾਂਤਕਾਰ ਨਹੀਂ ਹੈ? ਤਾਂ ਇਹ JS ਮਿਲ ਆਊਗਾ, ਪਰ ਆਪਣੇ ਕੰਮ ਦਾ ਕੁਐਸਚਨ ਇਹ ਨਹੀਂ ਹੈਗਾ। ਰਾਜਨੀਤਿਕ ਵਿਕਾਸ ਦਾ ਵੀ ਆਪਣੇ ਕੰਮ ਦਾ ਕੁਐਸਚਨ ਨਹੀਂ ਹੈਗਾ। ਰਾਜਨੀਤਿਕ ਵਿਕਾਸ ਜਿਹੜੀ ਪੁਸਤਕ ਹੈ ਤਾਂ ਇਹਦਾ ਜਿਹੜਾ ਲੇਖਕ ਮੰਨਿਆ ਜਾਂਦਾ ਇਹ ਮੰਨਿਆ ਜਾਂਦਾ ਜੀ SP ਰਿਟਿੰਗਟਨ ਮੰਨਿਆ ਜਾਂਦਾ, ਠੀਕ ਹੈ। C ਆਨਸਰ ਆਊਗਾ, ਪਰ ਆਪਣੇ ਕੰਮ ਦਾ ਕੁਐਸਚਨ ਇਹ ਨਹੀਂ ਹੈਗਾ, ਠੀਕ ਹੈ। ਇਹ ਕੁਐਸਚਨ ਆ ਸਕਦਾ ਜੀ 47 ਨੰਬਰ ਕੁਐਸਚਨ ਤੁਹਾਡੇ ਕੰਮ ਦਾ ਹੋ ਸਕਦਾ ਹੈਗਾ। ਉਦਾਰਤਾ, ਸਮਾਨਤਾ, ਭਾਈਚਾਰਾ ਜਿਹੜਾ ਸੀ ਇਹ ਅਸੀਂ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਵੀ ਇਹਨੂੰ ਸ਼ਾਮਿਲ ਕੀਤਾ ਹੈਗਾ। ਤਾਂ ਅਸੀਂ ਇਹ ਕਿਹੜੇ ਦੇਸ਼ ਤੋਂ ਅਡਾਪਟ ਕੀਤੀ ਸੀ ਜੀ? ਇਹ ਅਸੀਂ ਪ੍ਰੇਰਿਤ ਹੋਏ ਸੀਗੇ
1799 ਦੇ ਜਿਹੜਾ ਫ੍ਰੈਂਚ ਰੈਵੋਲੂਸ਼ਨ ਸੀ, ਫਰਾਂਸ ਦੀ ਜਿਹੜੀ ਕ੍ਰਾਂਤੀ ਸੀ, ਉਤੋਂ ਅਸੀਂ ਪ੍ਰੇਰਿਤ ਹੋ ਕੇ ਆਪਣੇ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਹੈਗਾ। ਨੈਕਸਟ ਹੈ ਜੀ ਕਾਨੂੰਨੀ ਸਮਾਨਤਾ ਸਭ ਤੋਂ ਮਹੱਤਵਪੂਰਨ ਆਦਰਸ਼ ਹੈ। ਇਹ ਕਹਿੰਦੇ ਵੀ ਇਕੁਅਲਿਟੀ ਜਿਹੜੀ ਹੈ, ਇਕੁਅਲਿਟੀ ਬਿਫੋਰ ਲਾ, ਠੀਕ ਹੈ, ਵਨ ਇਜ਼ ਦਾ ਮੋਸਟ ਇੰਪੋਰਟੈਂਟ ਆਈਡੀਅਲਸ ਆਫ ਦਾ, ਕਿੰਨਾ ਦਾ ਸਭ ਤੋਂ ਮਹੱਤਵਪੂਰਨ ਆਦਰਸ਼ ਹੈ ਜੀ, ਤਾਂ ਇਹ ਉਦਾਰਵਾਦੀਆਂ ਦਾ ਜੀ। ਇਹ ਉਦਾਰਵਾਦੀ ਮੰਨਦੇ ਨੇ ਵੀ ਹਰ ਵਿਅਕਤੀ ਨੂੰ ਸਮਾਨਤਾ ਜਿਹੜੀ ਇਕੁਅਲਿਟੀ ਜਿਹੜੀ ਉਹ ਮਿਲਣੀ ਚਾਹੀਦੀ ਹੈ। ਲੋਕ ਨੇ ਕਿਹਾ ਸੀਗਾ, ਜੌਨ ਲੋਕ ਨੇ ਕਿਹਾ ਸੀਗਾ ਵੀ ਜਿਹੜਾ ਆਦਮੀ ਹੈ ਉਹ ਸੁਭਾਅ ਪੱਖੋਂ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦਾ ਸੀ ਵੀ ਆਦਮੀ ਸਮਾਜਿਕ ਹੈ ਅਤੇ ਦੂਸਰਿਆਂ ਦਾ ਮਦਦਗਾਰ ਵੀ ਹੁੰਦਾ ਹੈ। ਤਾਂ ਇਹ ਤੁਹਾਡੇ ਨਾਲ ਕੁਐਸਚਨ ਜੁੜ ਸਕਦਾ ਜੀ ਇਹ। ਨੈਕਸਟ ਹੈ ਜੀ, ਸਰਕਾਰ ਦਾ ਸੰਸਦੀ ਰੂਪ ਉਤਪੰਨ ਹੋਇਆ ਸੀ, ਮਤਲਬ ਦੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਵਾਜ ਇਵੋਲਵਡ ਇਨ, ਅਸੀਂ ਇਹ ਮੰਨ ਲਓ ਵੀ ਅਸੀਂ ਜਿਹੜਾ ਮਤਲਬ ਕੀ ਤੋਂ ਲਿਆ ਸੀ ਇਹਦਾ, ਜਾਂ ਫਿਰ ਜਿਹੜਾ ਪਾਰਲੀਮੈਂਟਰੀ ਸਿਸਟਮ ਦੀ ਦੁਨੀਆ ਦੇ ਵਿੱਚ ਜਿਹੜਾ ਸੰਸਦੀ ਪ੍ਰਣਾਲੀ ਦਾ ਜਿਹੜਾ ਰੂਪ ਸੀਗਾ ਉਹ ਕਿੱਥੇ ਉਤਪੰਨ ਹੋਇਆ ਸੀ, ਉਹ ਬਰਤਾਨੀਆ ਦੇ ਵਿੱਚ ਉਤਪੰਨ ਹੋਇਆ ਸੀ। ਸਭ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਸੀ ਪਾਰਲੀਮੈਂਟਰੀ ਸਿਸਟਮ ਦੀ ਉੱਥੇ ਉਤਪੰਨ ਕੀਤੀ ਗਈ ਸੀ। ਨੈਕਸਟ ਹੈ ਜੀ 51 ਨੰਬਰ ਕੁਐਸਚਨ। 51 ਨੰਬਰ ਕੁਐਸਚਨ, ਢਾਂਚਾਗਤ ਕਿਰਿਆਸ਼ੀਲ ਵਿੱਚ ਦਿੱਤੇ ਗਏ ਇਨਪੁੱਟ ਫੰਕਸ਼ਨਾਂ ਦੀ ਸੰਖਿਆ ਕਿੰਨੀ ਹੈ। ਆਪਣੇ ਕੰਮ ਦਾ ਕੁਐਸਚਨ ਹੈਗਾ, ਤਾਂ ਆਨਸਰ ਵੈਸੇ 4 ਹੈਗਾ, ਪਰ ਆਪਣੇ ਕੰਮ ਦਾ ਨਹੀਂ ਹੈਗਾ। ਨੈਕਸਟ ਜੀ ਆਪਣੇ ਕੰਮ ਦਾ ਕੁਐਸਚਨ ਜਿਹੜਾ ਜੀ ਉਹ 52 ਨੰਬਰ ਕੁਐਸਚਨ ਹੈ। ਸ਼੍ਰੋਮਣੀ ਅਕਾਲੀ ਦਲ ਦੀ ਖੋਜ ਨਹੀਂ ਮਤਲਬ ਸਥਾਪਨਾ ਇਹਦੀ ਕਦੋਂ ਹੋਈ ਸੀ, ਤਾਂ ਇਹ ਸਾਨੂੰ ਪਤਾ ਹੈ ਜੀ 1920 ਦੇ ਵਿੱਚ ਹੋਈ ਸੀ ਇਹ। ਪਹਿਲਾ ਸਿੰਘ ਸਭਾ ਅੰਦੋਲਨ ਕਦੋਂ ਹੋਇਆ ਸੀ, ਇਹ ਸਾਡੇ ਸਿਲੇਬਸ ਨਾਲ ਨਹੀਂ ਜੁੜਿਆ ਹੋਇਆ ਕੁਐਸਚਨ ਹੈ, ਪਰ ਇਹਦਾ ਆਨਸਰ ਬਣੂਗਾ ਜੀ 1873 ਦੇ ਵਿੱਚ ਪਹਿਲਾ ਸਿੰਘ ਸਭਾ ਅੰਦੋਲਨ ਹੋਇਆ ਸੀ। ਨੈਕਸਟ ਹੈ ਜੀ ਆਪਣੇ ਕੰਮ ਦਾ ਕੁਐਸਚਨ ਜਿਹੜਾ 54 ਨੰਬਰ ਕੁਐਸਚਨ ਹੈ। ਪੈਪਸੂ ਜਿਹੜੀਆਂ ਸੀਗੀਆਂ, ਪੈਪਸੂ ਜਿਹੜੀ ਰਿਆਸਤਾਂ ਸੀਗੀਆਂ, ਜਿਵੇਂ ਇਹਦੇ ਵਿੱਚ 8 ਰਿਆਸਤਾਂ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀਗੀਆਂ। ਪੈਪਸੂ 8 ਰਿਆਸਤਾਂ ਨੇ ਮਿਲ ਕੇ ਇੱਕ ਪੈਪਸੂ ਨਾਂ ਦਾ ਇੱਕ ਸੰਗਠਨ ਬਣਾਇਆ ਸੀਗਾ, ਜਿਹਦੇ ਵਿੱਚ ਪਟਿਆਲਾ ਰਿਆਸਤ, ਨਾਭਾ ਰਿਆਸਤ, ਜੀਂਦ ਰਿਆਸਤ, ਮਲੇਰਕੋਟਲਾ, ਠੀਕ ਹੈ ਜੀ, ਸਾਰੀਆਂ ਰਿਆਸਤਾਂ ਹਿਮਾਚਲ ਪ੍ਰਦੇਸ਼ ਦੀਆਂ ਵੀ 2 ਰਿਆਸਤਾਂ ਦੇ ਵਿੱਚ ਸ਼ਾਮਲ ਸੀਗੀਆਂ। ਤਾਂ ਇਹਨੂੰ ਪੰਜਾਬ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ, 1956 ਦੇ ਵਿੱਚ ਇਹਨੂੰ ਸ਼ਾਮਲ ਕਰ ਲਿਆ ਗਿਆ ਸੀ। ਠੀਕ ਹੈ, 1985 ਦੇ ਵਿੱਚ ਰਾਜ ਅਸੈਂਬਲੀ ਦੀ ਇਲੈਕਸ਼ਨ ਹੋਈਆਂ ਸੀ, ਤੇ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਕੌਣ ਬਣਿਆ ਸੀਗਾ, ਤਾਂ ਉਸ ਟਾਈਮ ਮੁੱਖ ਮੰਤਰੀ ਬਣੇ ਸੀ 1945 ਦੇ ਵਿੱਚ 85 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਲਗਭਗ 2 ਸਾਲ ਦੇ ਕਰੀਬ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ। ਤੇ 1987 ਦੇ ਵਿੱਚ ਫਿਰ, ਕਿਉਂਕਿ ਅੱਤਵਾਦ ਦਾ ਟਾਈਮ ਸੀਗਾ, ਤਾਂ 1987 ਦੇ ਵਿੱਚ ਇੱਥੇ ਜਿਹੜਾ ਸੀਗਾ ਰਾਸ਼ਟਰਪਤੀ ਸ਼ਾਸਨ ਲਾ ਦਿੱਤਾ ਗਿਆ ਸੀਗਾ। ਨੈਕਸਟ ਹੈ ਜੀ, ਇੱਕ ਪੰਜਾਬ ਸੰਧੀ ਹਸਤਾਖਰ ਕੀਤੀ ਗਈ ਸੀ, ਦਾ ਆਨਸਰ ਆਊਗਾ ਜੀ 24 ਜੁਲਾਈ 1985 ਨੂੰ ਹਸਤਾਖਰ ਕੀਤੀ ਗਈ ਸੀਗੀ। ਨੈਕਸਟ ਹੈ ਜੀ 57 ਨੰਬਰ ਕੁਐਸਚਨ ਦੇਖੋ, ਨਾਈਟ ਆਫ ਫਾਲਸੁੱਡ, ਠੀਕ ਹੈ, ਤਾਂ ਇਹ ਪੁਸਤਕ ਸੀ ਜਿਹੜੀ ਇਹ ਕਿਹਨੇ ਲਿਖੀ ਹੈ ਜੀ, ਇਹ ਤਾਂ ਇਹ KPS ਗਿੱਲ, ਪੰਜਾਬ ਦੇ DGP ਹੋਏ ਨੇ KPS ਗਿੱਲ। ਠੀਕ ਹੈ, ਤੇ ਨੈਕਸਟ ਹੈ ਜੀ, ਇਹਨਾਂ ਵਿੱਚੋਂ ਕਿਹੜੀ ਭਾਰਤੀ ਪ੍ਰਸ਼ਾਸਨ ਦੀ ਇੱਕ ਵਿਸ਼ੇਸ਼ਤਾ ਨਹੀਂ ਹੈ, ਤਾਂ ਇਹਦੇ ਵਿੱਚ ਆ ਜਾਂਦਾ ਜੀ ਯੂਨੀਫਾਰਮਿਟੀ, ਇਕਸਾਰਤਾ, ਠੀਕ ਹੈ, ਵਿਕੇਂਦਰੀਕਰਨ ਵੀ ਹੈਗਾ ਜੀ, ਸੁਤੰਤਰ ਨਿਆਂ ਪ੍ਰਣਾਲੀ ਵੀ ਹੈਗੀ, ਪਰ 2 ਅਮਲੀ ਰਾਜ ਲਾਇਰਚੀ ਦਾ ਸਿਸਟਮ ਸਾਨੂੰ ਇੱਥੇ ਦੇਖਣ ਨੂੰ 58 ਨੰਬਰ ਕੁਐਸਚਨ ਦੇ ਵਿੱਚ ਨਹੀਂ ਮਿਲਦਾ ਹੈਗਾ ਇੰਡੀਆ ਦੇ ਵਿੱਚ। ਠੀਕ ਹੈ, ਨੌਕਰਸ਼ਾਹੀ ਸਭ ਤੋਂ ਪਹਿਲਾਂ ਕਢਾਇਆ ਗਿਆ ਸੀ। ਨੌਕਰਸ਼ਾਹੀ ਜਿਹੜਾ ਸ਼ਬਦ ਹੈਗਾ, ਜਿਹੜਾ ਬਿਊਰੋਕ੍ਰੇਸੀ ਸ਼ਬਦ ਹੈ, ਇਹ ਵੈਸੇ ਇਹਨੂੰ ਜ਼ਿਆਦਾ ਮਾਨਤਾ ਜਿਹੜੀ ਹੋਈ ਸੀ ਉਹ ਮੈਕਸ ਵੇਬਰ ਦੁਆਰਾ ਦਿੱਤੀ ਗਈ ਹੈ, ਪਰ ਇਹ ਸਭ ਤੋਂ ਪਹਿਲਾਂ ਕਿਹਨੇ, ਕੁਐਸਚਨ ਇਹ ਪੁੱਛਿਆ ਗਿਆ ਸਭ ਤੋਂ ਪਹਿਲਾਂ ਕਿਹਨੇ ਕਢਿਆ ਸੀ, ਤਾਂ ਇਹ ਵਿੰਸੈਂਟ ਡੀ ਡਕੌਰ ਨੇ ਦੁਆਰਾ ਇਹ ਸ਼ਬਦ ਦਿੱਤਾ ਗਿਆ ਸੀ ਜੀ। ਨੈਕਸਟ ਜੀ, ਹੇਠ ਲਿਖਿਆਂ ਵਿੱਚੋਂ ਕਿਸੇ ਨੇ ਨਿੱਜੀ ਅਤੇ ਸਾਰਵਜਨਿਕ ਪ੍ਰਸ਼ਾਸਨ ਬਾਰੇ, ਇਹ ਪਰ ਆਪਾਂ ਨੂੰ ਕੁਐਸਚਨ ਸ਼ਾਇਦ ਨਾ ਵੀ, ਪਰ ਕਿਉਂਕਿ ਨੌਕਰਸ਼ਾਹੀ ਦਾ ਕੁਐਸਚਨ ਐਗਜ਼ਾਮ ਦੇ ਵਿੱਚ ਕਈ ਵਾਰ ਚਲੋ ਸਾਨੂੰ ਪਤਾ ਹੋਣਾ ਚਾਹੀਦਾ ਫਿਰ ਵੀ, ਹੈ ਨਾ। ਤੇ ਨੈਕਸਟ ਹੈ ਜੀ, ਨਿੱਜੀ ਅਤੇ ਸਾਰਵਜਨਿਕ ਪ੍ਰਸ਼ਾਸਨ ਵਿਚਕਾਰ, ਕਿਉਂਕਿ ਪੋਲੀਟੀਕਲ ਸਾਇੰਸ ਦੇ ਵਿੱਚ ਥੋੜਾ ਜਿਹਾ ਪਬਲਿਕ ਐਡਮਿਨਿਸਟ੍ਰੇਸ਼ਨ ਵੀ ਇੱਕ ਟੌਪਿਕ ਆਉਂਦਾ ਹੈਗਾ, ਤਾਂ ਨਿੱਜੀ ਅਤੇ ਸਾਰਵਜਨਿਕ ਪ੍ਰਸ਼ਾਸਨ ਵਿਚਕਾਰ ਇਹਦਾ ਅੰਤਰ ਸਪਸ਼ਟ ਕੀਤਾ ਸੀ, ਤਾਂ ਮੈਰੀ ਫੋਲਟ ਨੇ ਕੀਤਾ ਸੀ, ਮੈਰੀ ਪੀ ਫੋਲਟ ਨੇ ਕੀਤਾ ਸੀ, ਤਾਂ ਇਹਦਾ ਆਨਸਰ ਬਣੂਗਾ, ਪਰ ਆਪਣੇ ਕੰਮ ਦਾ ਕੁਐਸਚਨ ਨਹੀਂ ਹੈਗਾ। ਸਰਕਾਰ ਦੇ ਸੰਸਦੀ ਰੂਪ ਦੀ ਵਿਸ਼ੇਸ਼ਤਾ ਦਾ ਵਰਣਨ ਕੀਤਾ ਜਾਂਦਾ ਹੈ, ਸੰਸਦੀ ਸਮਰੂਪਤਾ ਦੇ ਵਿੱਚ, ਤੇ ਰਾਜ ਪ੍ਰਬੰਧਕ ਅਤੇ ਵਿਧਾਨ ਮੰਡਲ ਲਈ ਵਿਭੇਦ ਕੀਤਾ ਜਾਂਦਾ ਹੈ। ਠੀਕ ਹੈ, ਰਾਜ ਪ੍ਰਬੰਧਕ ਅਤੇ ਨਿਆਂ ਪ੍ਰਣਾਲੀ ਵਿਭੇਦ ਕੀਤਾ, ਉਪਰੋਕਤ ਸਾਰੇ ਨਹੀਂ, ਇਹਦਾ ਆਨਸਰ ਆਊਗਾ ਜੀ ਇਹ ਆਨਸਰ, ਰਾਜਨੀਤਿਕ ਸਮਰੂਪਤਾ। ਭਾਰਤ ਦੇ ਕਿਹੜੇ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੇ ਦਫ਼ਤਰ ਲਈ ਵਿਵਾਦ ਤੇ ਆਪਣਾ ਅਸਤੀਫਾ ਦੇ ਦਿੱਤਾ ਸੀ, ਤਾਂ ਤੁਹਾਨੂੰ ਪਤਾ ਜੀ ਅਸਤੀਫਾ ਕਿਹਨੇ ਦਿੱਤਾ ਸੀ ਜੀ, ਇਹ VV ਗਿਰੀ ਨੇ ਦਿੱਤਾ ਸੀ। ਉਸ ਤੋਂ ਬਾਅਦ ਇਹਨਾਂ ਨੇ ਇਲੈਕਸ਼ਨ ਲੜੀ ਸੀਗੀ, ਰਾਸ਼ਟਰਪਤੀ ਇਲੈਕਸ਼ਨ ਲੜੀ ਸੀ, ਤੇ ਨਿਰਵਿਰੋਧ ਚੁਣਨ ਵਾਲੇ ਪਹਿਲੇ ਰਾਸ਼ਟਰਪਤੀ ਬਣੇ ਸੀਗੇ ਜੀ VV ਗਿਰੀ, ਆਈ ਥਿੰਕ 1969 ਦੀ ਗੱਲ ਹੈ। ਠੀਕ ਹੈ, 63 ਨੰਬਰ ਕੁਐਸਚਨ ਦੇਖੋ, ਲੋਕ ਸਭਾ ਦੇ ਵਿੱਚ ਨਾਮਜ਼ਦ ਮੈਂਬਰਾਂ ਦੀ ਸੰਖਿਆ ਕਿੰਨੀ ਹੈ। ਸਾਨੂੰ ਪਤਾ ਆਪਾਂ ਪਹਿਲਾਂ ਕਰਕੇ ਆਏ, ਇੱਕ ਰਾਜ ਸਭਾ ਦੇ ਵਿੱਚ ਨਾਮਜ਼ਦ ਕਿੰਨੇ ਮੈਂਬਰ ਨੇਗੇ, ਤਾਂ ਉੱਥੇ 12 ਮੈਂਬਰ ਨੇ ਰਾਜ ਸਭਾ ਦੇ, ਇੱਥੇ ਕਿੰਨੇ ਆਉਣਗੇ ਜੀ, ਇਹਦਾ ਆਨਸਰ ਬਣੂਗਾ ਜੀ 2। ਤੁਹਾਨੂੰ ਪੁੱਛੂਗਾ ਵੀ ਰਾਜ ਸਭਾ 'ਚ ਕਿੰਨੇ ਨੇ, ਤਾਂ 12 ਨੇ, ਲੋਕ ਸਭਾ ਦੇ ਕਿੰਨੇ ਨੇ, ਤਾਂ ਤੁਸੀਂ ਕਹੋਗੇ 2 ਨੇ ਜੀ। ਜੇ ਤੁਹਾਨੂੰ ਪੁੱਛੂਗਾ ਸੰਸਦ ਦੇ ਕਿੰਨੇ ਨੇ, ਤਾਂ ਤੁਸੀਂ ਕਹੋਗੇ 14 ਮੈਂਬਰ ਨੇ ਜੀ ਇਹਦੇ। ਠੀਕ ਹੈ, ਨੈਕਸਟ ਹੈ ਜੀ, ਭਾਰਤੀ ਸੰਵਿਧਾਨ ਵਿੱਚ ਅਣਵੰਡੀਆਂ ਸ਼ਕਤੀਆਂ ਜਿਹੜੀ ਰਾਖਵੀਆਂ ਕੀਤੀਆਂ ਜਾਂਦੀਆਂ, ਇਹ ਕਿਹਦੇ ਕੋਲ ਆਉਂਦੀਆਂ ਨੇ। ਸਾਨੂੰ ਪਤਾ ਵੀ ਜਿਹੜਾ ਸਾਡਾ 7th ਸ਼ਡਿਊਲ ਹੈਗਾ, 7ਵੀਂ ਅਨੁਸੂਚੀ ਹੈਗੀ,
ਤਾਂ ਇਹਦੇ ਵਿੱਚ ਸ਼ਕਤੀਆਂ ਦੀ ਜਿਹੜੀ ਗੱਲ ਕੀਤੀ ਗਈ, ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਪਰ ਜੇ ਕੇਂਦਰ ਅਤੇ ਰਾਜਾਂ ਨੂੰ ਸ਼ਕਤੀਆਂ ਵੰਡਣ ਤੋਂ ਬਾਅਦ ਕੁਝ ਸ਼ਕਤੀਆਂ ਬਚ ਜਾਂਦੀਆਂ ਨੇ ਤਾਂ ਇਹ ਕਿਹਦੇ ਕੋਲ ਹੋਣਗੀਆਂ? ਤਾਂ ਇਹ ਕੇਂਦਰ ਕੋਲ ਜਾਣਗੀਆਂ ਸ਼ਕਤੀਆਂ ਸਾਰੀਆਂ ਇਹ, ਠੀਕ ਹੈ ਜੀ। ਤਾਂ ਇਹ ਕਿਹਨੂੰ ਦਿੱਤੀਆਂ ਗਈਆਂ ਨੇ ਜੀ? ਇਹ ਸੰਘ ਨੂੰ, ਠੀਕ ਹੈ ਜੀ, ਕੇਂਦਰ ਨੂੰ ਦਿੱਤੀਆਂ ਗਈਆਂ ਜਾਂ ਸੰਘ ਨੂੰ ਦਿੱਤੀਆਂ ਗਈਆਂ ਨੇ। ਸੁਤੰਤਰਤਾ ਤੋਂ 65 ਨੰਬਰ ਕੁਐਸਚਨ ਦੇਖੋ, ਸੁਤੰਤਰਤਾ ਤੋਂ ਬਾਅਦ ਭਾਰਤ ਦਾ ਪਹਿਲਾ ਚੀਫ ਜਸਟਿਸ ਕੌਣ ਸੀਗਾ? ਬਸ ਇਹ ਮੰਨ ਲਓ ਭਾਰਤ ਦਾ ਪਹਿਲਾ ਚੀਫ ਜਸਟਿਸ ਕੌਣ ਸੀਗਾ? ਤਾਂ ਹੀਰਾ ਲਾਲ ਕਾਨੀਆ ਜਿਹੜੇ ਸੀ ਭਾਰਤ ਦੇ ਪਹਿਲੇ ਚੀਫ ਜਸਟਿਸ ਮੰਨੇ ਜਾਂਦੇ ਨੇ ਜੀ। ਹੁਣ ਜਿਹੜੇ ਚੀਫ ਜਸਟਿਸ ਨੇ ਸਾਡੇ ਐਸ ਏ ਬੋਬੜੇ, ਤਾਂ ਇਹ 47 ਨੰਬਰ ਦੇ ਚੀਫ ਜਸਟਿਸ ਨੇ, ਭਾਰਤ ਦੇ ਮੁੱਖ ਜੱਜ ਨੇ ਜੀ। ਨੈਕਸਟ ਹੈ ਜੀ 66 ਨੰਬਰ ਕੁਐਸਚਨ, ਭਾਰਤ ਵਿੱਚ ਇੱਕ ਵਿਅਕਤੀ ਸੰਸਦ ਦਾ ਮੈਂਬਰ ਬਣੇ ਬਿਨਾਂ ਵੱਧ ਤੋਂ ਵੱਧ ਕਿੰਨੇ ਸਮੇਂ ਕੈਬਨਿਟ ਦਾ ਮੈਂਬਰ ਰਹਿ ਸਕਦਾ ਹੈ ਜੀ? ਤਾਂ ਸਾਨੂੰ ਪਤਾ ਹੈ ਜੀ ਕੋਈ ਵਿਅਕਤੀ ਜੇ ਉਹ ਸੀਐਮ ਬਣਦਾ ਹੈ ਜਾਂ ਪੀਐਮ ਬਣਦਾ ਹੈ ਜਾਂ ਕਿਸੇ ਵੀ ਸਟੇਟ ਦਾ ਮੰਤਰੀ ਜਾਂ ਕੇਂਦਰ ਦੇ ਵਿੱਚ ਮੰਤਰੀ ਬਣਦਾ ਹੈ ਤਾਂ ਉਹ ਵਿਅਕਤੀ 6 ਮਹੀਨੇ ਤੱਕ ਵੱਧ ਤੋਂ ਵੱਧ ਮੰਤਰੀ ਜਾਂ ਮੁੱਖ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ ਬਣ ਸਕਦਾ ਹੈਗਾ। ਇਸ ਤੋਂ ਬਾਅਦ 6 ਮਹੀਨਿਆਂ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਕਿਸੇ ਵੀ ਸਦਨ ਦਾ ਮੈਂਬਰ ਉਹਨੂੰ ਬਣਨਾ ਪਊਗਾ, ਠੀਕ ਹੈ ਜੀ। 67 ਨੰਬਰ ਕੁਐਸਚਨ ਦੇਖੋ, ਭਾਰਤ ਦੀ ਸਰਵਉੱਚ ਅਦਾਲਤ ਰਾਸ਼ਟਰਪਤੀ ਨੂੰ ਕਾਨੂੰਨ ਜਾਂ ਤੱਥ ਦੇ ਮਾਮਲਿਆਂ ਵਿੱਚ ਸਲਾਹ ਦਿੰਦੀ ਹੈ, ਠੀਕ ਹੈ। ਇਹਦੀ ਆਪਣੀ ਪਹਿਲ ਤੇ ਦਿੰਦੀ ਹੈ, ਸਿਰਫ ਉਹੀ ਜੇਕਰ ਉਹ ਸਲਾਹ ਚਾਹੁੰਦੀ ਹੈ, ਜੇਕਰ ਸਿਰਫ ਮਸਲਾ ਰਾਜਨੀਤਿਕ ਮੁੱਦਿਆਂ ਨਾਲ ਸੰਬੰਧਿਤ ਹੈ, ਠੀਕ ਹੈ ਜੀ, ਇਹ ਮੁੱਦਾ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਹੈ, ਤਾਂ ਇਹ ਜਦੋਂ ਸਲਾਹ ਚਾਹੁੰਦਾ ਹੈ ਤਾਂ ਭਾਰਤ ਦੀ ਰਾਸ਼ਟਰਪਤੀ ਜਿਹੜੀ ਭਾਰਤ ਦਾ ਰਾਸ਼ਟਰਪਤੀ ਜਾਂ ਕੋਈ ਵੀ ਲੇਡੀਜ਼ ਜੈਂਟਸ ਹੈਗਾ ਸਲਾਹ ਚਾਹੁੰਦਾ ਹੈਗਾ ਤਾਂ ਉਸ ਟਾਈਮ ਹੀ ਭਾਰਤ ਦੀ ਸੁਪਰੀਮ ਕੋਰਟ ਨੂੰ ਸਲਾਹ ਦਿੰਦੀ ਹੈ। ਆਰਟੀਕਲ ਸਾਨੂੰ ਪਤਾ ਹੈ ਜੀ, ਆਰਟੀਕਲ 143 ਦੇ ਤਹਿਤ ਭਾਰਤ ਦੀ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਸਲਾਹ ਦੇ ਸਕਦੀ ਹੈ, ਪਰ ਉਹ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਾਸ਼ਟਰਪਤੀ ਦੇ ਉੱਪਰ ਡਿਪੈਂਡ ਕਰਦਾ ਹੁੰਦਾ ਹੈ। 68 ਨੰਬਰ ਕੁਐਸਚਨ ਦੇਖੋ, ਰਾਜ ਪ੍ਰਸ਼ਾਸਨ ਦਾ ਜਿਹੜਾ ਕਾਨੂੰਨੀ ਮੁਖੀ ਹੈ ਜਾਂ ਸੰਵਿਧਾਨਿਕ ਕਿਹੜਾ ਮੁਖੀ ਮੰਨਿਆ ਜਾਂਦਾ, ਕੌਣ ਮੰਨਿਆ ਜਾਂਦਾ ਹੈ? ਠੀਕ ਹੈ ਜੀ, ਆਪਾਂ ਕੇਂਦਰ ਦੀ ਗੱਲ ਕਰਾਂਗੇ ਤਾਂ ਜਿਹੜਾ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨਿਕ ਮੁਖੀ ਹੈ ਜਾਂ ਜਿਹੜਾ ਸਰਕਾਰ ਰਾਜ ਦਾ ਮੁਖੀ ਮੰਨਿਆ ਜਾਂਦਾ ਤਾਂ ਉਹ ਰਾਸ਼ਟਰਪਤੀ ਹੈ। ਇਸੇ ਤਰ੍ਹਾਂ ਕਿਉਂਕਿ ਇਕੁਅਲ ਜਿਹੜਾ ਸਟੇਟ ਦੇ ਅਕੋਰਡਿੰਗ ਆ ਜਾਂਦਾ ਤਾਂ ਉਹ ਗਵਰਨਰ ਆ ਜਾਂਦਾ, ਤੇ ਇਹਦਾ ਆਨਸਰ ਬਣੂਗਾ ਜੀ ਗਵਰਨਰ। ਰਾਜ ਦਾ ਜਿਹੜਾ ਸੰਵਿਧਾਨਿਕ ਮੁਖੀ ਮੰਨਿਆ ਜਾਂਦਾ ਉਹ ਗਵਰਨਰ ਮੰਨਿਆ ਜਾਂਦਾ ਤੇ ਕੇਂਦਰ ਦਾ ਜਿਹੜਾ ਮੰਨਿਆ ਜਾਂਦਾ ਉਹ ਰਾਸ਼ਟਰਪਤੀ ਮੰਨਿਆ ਜਾਂਦਾ। ਜੇ ਉਹ ਪੁੱਛੂਗਾ ਵੀ ਕਿਉਂਕਿ ਭਾਰਤ ਦੇ ਵਿੱਚ ਸੰਸਦੀ ਪ੍ਰਣਾਲੀ ਨੂੰ ਅਪਣਾਇਆ ਗਿਆ, ਇਸ ਕਰਕੇ ਸੰਸਦੀ ਪ੍ਰਣਾਲੀ ਦੇ ਦੋ ਪ੍ਰਕਾਰ ਦੇ ਮੁਖੀ ਹੁੰਦੇ ਨੇ, ਠੀਕ ਹੈ। ਇੱਕ ਅਸਲੀ ਕਾਰਜਪਾਲਿਕਾ ਹੁੰਦੀ ਹੈ, ਇੱਕ ਨਾਮਾਤਰ ਕਾਰਜਪਾਲਿਕਾ ਹੁੰਦੀ ਹੈ, ਠੀਕ ਹੈ ਜੀ। ਤਾਂ ਰਾਜ ਦਾ ਗਵਰਨਰ ਭਾਵੇਂ ਨਾਮਾਤਰ ਕਾਰਜਪਾਲਿਕਾ ਹੈ, ਪਰ ਰਾਜ ਦਾ ਜਿਹੜਾ ਸੰਵਿਧਾਨਿਕ ਮੁਖੀ ਮੰਨਿਆ ਜਾਂਦਾ ਉਹ ਰਾਜ ਦਾ ਗਵਰਨਰ ਜਾਂ ਰਾਜ ਦਾ ਜਿਹੜਾ ਰਾਜਪਾਲ ਉਹ ਮੰਨਿਆ ਜਾਂਦਾ ਹੈ। ਨੈਕਸਟ ਹੈ ਜੀ ਭਾਰਤ ਦਾ ਰਾਸ਼ਟਰਪਤੀ ਚੋਣ ਪ੍ਰਣਾਲੀ ਵਿੱਚ ਫਰਾਂਸ ਦੇ ਰਾਸ਼ਟਰਪਤੀ ਦੇ ਸਮਾਨ ਹੈ, ਨਹੀਂ ਇਹ ਗਲਤ ਹੈਗੀ, ਠੀਕ ਹੈ ਜੀ। ਜਿਹੜਾ ਚੋਣ ਵਿਧੀ ਹੈਗੀ ਫਰਾਂਸ ਦੇ ਰਾਸ਼ਟਰਪਤੀ ਦੇ ਸਮਾਨ ਨਹੀਂ ਹੈਗੀ, ਸਾਡੀ ਇਹ ਆਇਰਲੈਂਡ ਦੇ ਰਾਸ਼ਟਰਪਤੀ ਦੇ ਸਮਾਨ ਹੈਗੀ। ਸੰਸਦ ਦਾ ਹਿੱਸਾ ਬਿਲਕੁਲ ਸਹੀ ਹੈ ਜੀ, ਸੰਸਦ ਦਾ ਹਿੱਸਾ ਮੰਨਿਆ ਜਾਂਦਾ। ਅਗਲੀ ਦੇਖਦੇ ਹਾਂ ਜੀ ਆਪਾਂ, ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਜਿਹੜੀ ਬੈਠਕ ਹੁੰਦੀ ਹੈ ਉਹਦੀ ਪ੍ਰਧਾਨਗੀ ਕਰਦਾ ਨਹੀਂ ਕਰਦਾ ਜੀ, ਜਿਹੜਾ ਇਹਦੀ ਪ੍ਰਧਾਨਗੀ ਕਰਦਾ ਹੈ ਜਿਹੜਾ ਜੁਆਇੰਟ ਸੈਸ਼ਨ ਹੈ, ਸੰਯੁਕਤ ਸਭਾ ਹੈਗੀ ਬੁਲਾਈ ਜਾਂਦੀ ਹੈ ਭਾਰਤ ਦੇ ਰਾਸ਼ਟਰਪਤੀ ਵੱਲੋਂ, ਪਰ ਇਹਦੀ ਪ੍ਰਧਾਨਗੀ ਜਿਹੜਾ ਲੋਕ ਸਭਾ ਦਾ ਸਪੀਕਰ ਕਰਦਾ ਹੈ। ਇਹਨਾਂ ਵਿੱਚੋਂ ਕੋਈ ਨਹੀਂ, ਤਾਂ ਇਹ ਆਨਸਰ ਵੀ ਨਹੀਂ ਬਣਦਾ ਜੀ, ਇਹ ਆਨਸਰ ਵੀ ਨਹੀਂ ਬਣਦਾ, ਇਹ ਵੀ ਨਹੀਂ ਬਣਦਾ। ਇਹਦਾ ਮਤਲਬ ਕੀ ਹੋਊਗਾ ਵੀ ਸਾਡਾ ਜਿਹੜਾ ਰਾਸ਼ਟਰਪਤੀ ਉਹ ਸੰਸਦ ਦਾ ਭਾਗ ਹੈਗਾ, ਕਿਉਂਕਿ ਜਿਹੜੀ ਸਾਡੀ ਸੰਸਦ ਹੈ ਉਹ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਤੋਂ ਤਿੰਨਾਂ ਤੋਂ ਕੰਬਾਈਨਡ ਹੋ ਕੇ ਮਿਲ ਕੇ ਬਣਦੀ ਹੈ, ਤਾਂ ਇਹਦੇ 3 ਪਾਰਟ ਮੰਨੇ ਜਾਂਦੇ ਨੇ, ਠੀਕ ਹੈ ਜੀ। ਨੈਕਸਟ ਹੈ ਜੀ 70 ਨੰਬਰ ਕੁਐਸਚਨ, ਭਾਰਤ ਵਿੱਚ ਸੰਵਿਧਾਨ ਦੇ ਵਿੱਚ ਸ਼ੋਧ ਕਰਨ ਦਾ ਅਧਿਕਾਰ ਇਸ ਆਰਟੀਕਲ ਦੇ ਵਿੱਚ ਕਿਸ ਆਰਟੀਕਲ ਦੇ ਤਹਿਤ ਸ਼ੋਧ ਕੀਤੀਆਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ? ਤਾਂ ਆਰਟੀਕਲ 360 ਆਰਟੀਕਲ ਦੇ ਵਿੱਚ ਕੀਤੀ ਜਾਂਦੀ ਹੈ, ਠੀਕ ਹੈ ਜੀ। ਨੈਕਸਟ ਹੈ ਜੀ ਭਾਰਤੀ ਸੰਵਿਧਾਨ ਦੇ ਜਿਹੜੇ ਸਾਡੇ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਨੇਗੇ, ਠੀਕ ਹੈ ਜੀ। ਅਸੀਂ ਕਿਹੜੇ ਦੇਸ਼ ਤੋਂ ਉਧਾਰ ਲਏ? ਬਹੁਤ ਵਾਰੀ ਕੁਐਸਚਨ ਇਹ ਬਣ ਚੁੱਕਿਆ ਜੀ, ਬਿਲਕੁਲ ਸਿੰਪਲ ਕੁਐਸਚਨ ਹੈ, ਤਾਂ ਆਇਰਲੈਂਡ ਤੋਂ ਉਧਾਰ ਲਏ ਜੀ ਅਸੀਂ ਇਹ, ਠੀਕ ਹੈ। 71 ਨੰਬਰ ਕੁਐਸਚਨ ਦੇਖੋ, ਠੀਕ ਹੈ। 72 ਨੰਬਰ ਕੁਐਸਚਨ, ਬੁਨਿਆਦੀ ਕਰਤੱਵਾਂ ਨੂੰ ਸਾਡੇ ਜਿਹੜੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ, ਜਿਹੜੇ ਸਾਡੇ ਫੰਡਾਮੈਂਟਲ ਡਿਊਟੀ ਸੀਗੀਆਂ, ਇਹ ਕੱਲ ਵੀ ਆਪਾਂ ਗੱਲ ਕੀਤੀ ਸੀ, ਠੀਕ ਹੈ। ਕੱਲ ਵੀ ਕੁਐਸਚਨ ਆਇਆ, ਦੇਖੋ 4-5 ਕੁਐਸਚਨ ਘੱਟੋ ਘੱਟ ਤੁਹਾਨੂੰ ਇਹ ਲੈਕਚਰਾਂ ਦੇ ਪੇਪਰ ਦੇ ਵਿੱਚ ਹੁਣ ਤੱਕ ਆ ਚੁੱਕੇ ਨੇ। ਵੈਸੇ ਲੈਕਚਰਾਂ ਦਾ ਜਿਹੜਾ ਪੇਪਰ ਸੀ 150 ਨੰਬਰ ਦਾ ਹੈਗਾ ਇਹ, ਤਾਂ ਅੱਜ ਆਪਾਂ ਇਕੱਲਾ ਪਾਰਟ 1 ਕਰਾਂਗੇ, ਠੀਕ ਹੈ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪਾਰਟ 2 ਨੂੰ ਵੀ ਕਰਾਂਗੇ, ਠੀਕ ਹੈ। ਤੇ ਜੇ ਤੁਹਾਨੂੰ ਵੀਡੀਓਜ਼ ਇਹ ਪਸੰਦ ਆਉਂਦੀ ਹੈਗੀ ਤਾਂ ਇਹਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤੇ ਲਾਈਕ ਵੀ ਕਰ ਦਿਓ, ਤੇ ਅੱਗੇ ਵੀ ਤੁਸੀਂ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣੀ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਦੇਖੋ ਮੈਰਿਟ ਜਿਹੜੀ ਹੈ ਉਹ ਕਾਫੀ ਜਿਹੜੀ ਹੈ 1 ਨੰਬਰ 2 ਨੰਬਰ ਦੇ ਉੱਪਰ ਵੀ ਕਈ ਵਾਰ ਜਿਹੜਾ ਸਟੂਡੈਂਟ ਉਹ ਰਹਿ ਜਾਂਦਾ ਹੁੰਦਾ ਹੈ। ਤਾਂ ਕਈ ਵਾਰ ਕੀ ਹੁੰਦਾ ਵੀ ਜਿਹੜੀ ਚੀਜ਼ ਆਪਾਂ ਸੁਣ ਲੈਂਦੇ ਹਾਂ ਜਾਂ ਦੇਖ ਲੈਂਦੇ ਹਾਂ ਉਹਨੂੰ, ਤਾਂ ਉਹ ਆਪਣੇ ਜ਼ਿਆਦਾ ਦਿਮਾਗ ਦੇ ਵਿੱਚ ਲੰਬੇ ਸਮੇਂ ਤੱਕ ਰਹਿੰਦੀ ਹੈ। ਤਾਂ ਇਸ ਕਰਕੇ ਤੁਸੀਂ ਕਿਸੇ ਦਾ ਭਲਾ ਕਰੋ, ਜੇ ਤੁਸੀਂ ਆਪ ਕਿਸੇ ਦਾ ਭਲਾ ਕਰੋਗੇ ਤਾਂ ਫਿਰ ਤੁਹਾਡਾ ਭਲਾ ਨੈਚੁਰਲੀ ਗੱਲ ਵੀ, ਕਿਉਂਕਿ ਕੁਦਰਤ ਸਭ ਕੁਝ ਦੇਖਦੀ ਹੈ, ਪਰਮਾਤਮਾ ਸਭ ਕੁਝ ਦੇਖਦਾ ਹੈਗਾ ਨਾ। ਇਸ ਕਰਕੇ ਆਪਾਂ ਨੂੰ ਸਭ ਤੋਂ ਪਹਿਲਾਂ ਦੂਸਰਿਆਂ ਦਾ ਭਲਾ ਵੀ ਕਰਨਾ ਚਾਹੀਦਾ ਹੈ, ਫਿਰ ਆਪਣਾ ਭਲਾ ਆਪਣਾ ਆਟੋਮੈਟਿਕ ਹੋ ਜਾਂਦਾ ਹੁੰਦਾ ਹੈ, ਠੀਕ ਹੈ ਜੀ। ਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਵੀਡੀਓਜ਼ ਨੂੰ, ਤੇ ਵੀ ਇਹ ਤੋਂ ਫਾਇਦਾ ਕੋਈ ਵੀ ਹੋਰ ਵੀ ਦੂਸਰੇ ਬੰਦੇ ਵੀ ਉਠਾ ਸਕਣ ਇਹਨੂੰ, ਠੀਕ ਹੈ। ਤਾਂ ਇਹ ਸੈਕਿੰਡ ਪਾਰਟ ਆਪਾਂ ਇਹਨੂੰ ਇਸ ਤੋਂ ਬਾਅਦ ਲੈ ਕੇ ਆਵਾਂਗੇ, ਠੀਕ ਹੈ। ਕੋਸ਼ਿਸ਼ ਕਰੂੰਗਾ ਮੈਂ ਜਲਦੀ ਇਹਨੂੰ ਤਿਆਰ ਕਰ ਲਈ ਪਾਰਟਸ ਨੂੰ। ਤੇ 72 ਨੰਬਰ ਕੁਐਸਚਨ ਆਪਾਂ ਕਰ ਲਿਆ ਜੀ। ਇਹਦੇ ਵਿੱਚ ਜਿਹੜਾ 72 ਨੰਬਰ ਕੁਐਸਚਨ ਹੈਗਾ
ਵੀ ਬੁਨਿਆਦੀ ਜਿਹੜੇ ਸਾਡੇ ਫਰਜ਼ ਨੇ ਸਾਡੇ, ਠੀਕ ਹੈ ਜੀ, ਸਾਡੇ ਫੰਡਾਮੈਂਟਲ ਡਿਊਟੀਜ਼ ਨੇ, ਤਾਂ ਇਹਨੂੰ ਕਿਹੜੀ ਸ਼ੋਅ ਦੁਆਰਾ ਸ਼ਾਮਲ ਕੀਤਾ ਗਿਆ ਸੀ? 1976 ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਜੀ। ਇਹ ਸੀ ਆਨਸਰ। ਤਾਂ 42ਵੀਂ ਸ਼ੋਅ ਦੇ ਦੁਆਰਾ ਸ਼ਾਮਲ ਕੀਤਾ ਗਿਆ ਸੀ ਇਹਨੂੰ ਜੀ। ਨੈਕਸਟ ਹੈ ਜੀ 73 ਨੰਬਰ ਕੁਐਸਚਨ, 73 ਨੰਬਰ ਕੁਐਸਚਨ, ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ 2 ਸਦਨੀ ਵਿਧਾਨ ਮੰਡਲ ਹੈ? ਹੁਣ ਸਾਨੂੰ ਪਤਾ ਵੀ ਸਾਰੇ ਰਾਜਾਂ ਦੇ ਵਿੱਚ, ਭਾਰਤ ਦੇ ਵਿੱਚ 28 ਰਾਜ ਨੇ, ਠੀਕ ਹੈ, ਤਾਂ ਉਹਨਾਂ ਵਿੱਚੋਂ ਸਿਰਫ 7 ਦੇ ਵਿੱਚ ਕੀ ਹੈਗਾ? 2 ਸਦਨੀ ਵਿਧਾਨ ਮੰਡਲ, ਮਤਲਬ ਵਿਧਾਨ ਸਭਾ ਵੀ ਹੈ ਤੇ ਵਿਧਾਨ ਪਰਿਸ਼ਦ ਵੀ ਹੈ, ਠੀਕ ਹੈ ਜੀ। ਤੇ ਉਹਨਾਂ ਵਿੱਚੋਂ ਦੇਖੋ ਹੁਣ ਤਾਮਿਲਨਾਡੂ ਹੈਗਾ, ਨਹੀਂ ਹੈਗਾ, ਤਾਮਿਲਨਾਡੂ ਦੇ ਵਿੱਚ ਨਹੀਂ ਹੈਗੀ, ਪੱਛਮੀ ਬੰਗਾਲ 'ਚ ਨਹੀਂ ਹੈਗੀ, ਕੇਰਲਾ 'ਚ ਨਹੀਂ ਹੈਗੀ, ਤਾਂ ਇਹਦੇ ਵਿੱਚ ਕਿਹੜੇ ਜੀ? ਬਿਹਾਰ ਦੇ ਵਿੱਚ ਹੈ। 7 ਰਾਜ ਕਿਹੜੇ ਕਿਹੜੇ ਜੀ? ਇਹਦੇ ਵਿੱਚ ਇੱਕ ਤਾਂ ਦੇਖੋ ਯੂਟੀ ਬਣ ਚੁੱਕੇ, ਜੰਮੂ ਐਂਡ ਕਸ਼ਮੀਰ, ਠੀਕ ਹੈ, ਤੇ ਯੂਪੀ ਦੇ ਵਿੱਚ ਹੈ, ਬਿਹਾਰ ਦੇ ਵਿੱਚ ਹੋ ਗਿਆ, ਠੀਕ ਹੈ ਜੀ, ਕਰਨਾਟਕ ਦੇ ਵਿੱਚ ਹੈ, ਠੀਕ ਹੈ, ਮਹਾਰਾਸ਼ਟਰ ਦੇ ਵਿੱਚ ਹੈ, ਤੇਲੰਗਾਨਾ ਦੇ ਵਿੱਚ ਹੈ, ਠੀਕ ਹੈ ਜੀ, ਤੇ ਤੁਹਾਡਾ ਆਂਧਰਾ ਪ੍ਰਦੇਸ਼ ਦੇ ਵਿੱਚ ਹੈ, ਠੀਕ ਹੈ ਜੀ। ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਤੇ ਮਹਾਰਾਸ਼ਟਰ ਦੇ ਵਿੱਚ ਹੈਗੀ ਹੈ, ਤੇ ਇਸ ਤੋਂ ਇਲਾਵਾ ਯੂਪੀ, ਬਿਹਾਰ ਤੇ ਇੱਕ ਜੰਮੂ ਐਂਡ ਕਸ਼ਮੀਰ ਦੇ ਵਿੱਚ ਦੋਹਰੀ ਵਿਧਾਨ ਪਾਲਿਕਾ ਜਿਹੜੀ ਪਾਈ ਜਾਂਦੀ ਹੈ। ਨੈਕਸਟ ਹੈ ਜੀ 74 ਨੰਬਰ ਕੁਐਸਚਨ, ਭਾਰਤ ਦੇ ਰਾਸ਼ਟਰਪਤੀ ਦਾ ਖਿਮਾ, ਮਤਲਬ ਉਹ ਜਿਹੜਾ ਮਾਫੀ ਕਰਨ ਦਾ ਅਧਿਕਾਰ ਹੈਗਾ, ਉਹ ਜਾਂ ਕਹ ਲਓ ਵੀ ਨਿਆਇਕ ਜਿਹੜਾ ਅਧਿਕਾਰ ਹੈ, ਉਸ ਵਿਧਾਨ ਦੇ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ ਜੀ? ਤਾਂ 72 ਆਰਟੀਕਲ ਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਵਿਅਕਤੀ ਦੀ ਸਜ਼ਾ ਨੂੰ ਮਾਫ ਵੀ ਕਰ ਸਕਦਾ ਹੈ, ਉਹਨੂੰ ਸਸਪੈਂਡ ਵੀ ਕਰ ਸਕਦਾ ਹੈ, ਉਹਨੂੰ ਬਦਲ ਵੀ ਸਕਦਾ ਹੈ। ਤਾਂ ਇਹ ਭਾਰਤ ਦੇ ਰਾਸ਼ਟਰਪਤੀ ਨੂੰ 72 ਆਰਟੀਕਲ ਦੇ ਤਹਿਤ ਪਾਵਰ ਜਿਹੜੀ ਉਹ ਮਿਲੀ ਹੋਈ ਹੈ। ਨੈਕਸਟ ਜੀ 75 ਨੰਬਰ ਕੁਐਸਚਨ, ਭਾਰਤ ਦੇ ਸੰਵਿਧਾਨ ਦਾ ਰਖਵਾਲਾ ਕੌਣ ਹੈ? ਰਾਸ਼ਟਰਪਤੀ ਹੈ, ਜਾਂ ਸੁਪਰੀਮ ਕੋਰਟ ਹੈ, ਜਾਂ ਲੋਕ ਸਭਾ ਦਾ ਸਪੀਕਰ ਹੈ, ਜਾਂ ਪ੍ਰਧਾਨ ਮੰਤਰੀ ਹੈ? ਤਾਂ ਭਾਰਤ ਦੇ ਜਿਹੜਾ ਸੰਵਿਧਾਨ ਹੈ ਉਹਦਾ ਰਖਵਾਲਾ ਜਿਹੜਾ ਮੰਨਿਆ ਜਾਂਦਾ ਉਹ ਭਾਰਤ ਦੀ ਸੁਪਰੀਮ ਕੋਰਟ ਨੂੰ ਹੀ ਮੰਨਿਆ ਜਾਂਦਾ ਹੁੰਦਾ ਹੈ, ਠੀਕ ਹੈ ਜੀ। ਤੇ ਮੈਨੂੰ ਆਸ ਹੈ ਵੀ ਤੁਹਾਨੂੰ ਜਿਹੜੇ ਕੁਐਸਚਨ ਨੇ ਤੁਹਾਡੇ ਕਾਫੀ ਕੰਮ ਆਉਣਗੇ ਇਹ, ਤੇ ਇਹਨਾਂ ਤੋਂ ਤੁਹਾਨੂੰ ਫਾਇਦਾ ਮਿਲੂਗਾ। ਤੇ ਜੇ ਤੁਹਾਨੂੰ ਇਸ ਤੋਂ ਫਾਇਦਾ ਮਿਲਦਾ ਤਾਂ ਇਹ ਵੀਡੀਓਜ਼ ਅੱਗੇ ਤੁਸੀਂ ਜ਼ਰੂਰ ਸ਼ੇਅਰ ਕਰਨੀ ਹੈ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਉਣ ਦੀ ਕੋਸ਼ਿਸ਼ ਕਰਿਓ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਸਮਾਂ ਦੇਣ ਲਈ। ਥੈਂਕ ਯੂ।